ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਰੋਸ ਭਰਿਓ ਮਥੁਰਾ ਹੈ ਫੇਰਤ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬੜਾ ਵੱਡਾ ਜੁਝਾਰੂ ਯੋਧਾ ਤੇ ਸੈਨਾਪਤੀ ਭਾਈ ਸਾਹਿਬ ਭਾਈ ਮਥੁਰਾ ਜਿਹੜਾ ਕਿ ਉਹ ਰੋਹ ਨਾਲ ਭਰਿਆ ਹੋਇਆ ਕਿ ਵੀਰ ਰਸ ਦੇ ਨਾਲ ਨੱਕਾ ਨੱਕ ਭਰਿਆ ਗਏ ਤੇ ਰੋਹ ਨਾਲ ਭਰਿਆ ਹੋਇਆ ਭਾਈ ਮਥੁਰਾ ਉਸ ਜੰਗ ਵਾਲੇ ਅਸਥਾਨ ਦੇ ਉੱਪਰ ਆਪਣੇ ਘੋੜੇ ਨੂੰ ਦੜਾਉਂਦਾ ਪਿਆ ਗਏ ਜੀ। ਮਾਤ ਫੰਗਨ ਸਤਰ ਹਟਾਵੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਹ ਸੈਨਾਪਤੀ ਯੋਧੇ ਦੀ ਹੁਕਮ ਨਾਲ ਬਾਕੀ 400 ਗੁਰਸਿੱਖ ਵੀ ਆਪਣੀਆਂ ਬੰਦੂਕਾਂ ਚਲਾ ਰਿਹਾ ਹੈ। ਆਪੋ ਆਪਣੀਆਂ ਬੰਦੂਕਾਂ ਚਲਾ ਕੇ ਭਾਈ ਮਥੁਰਾ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਇਹ ਸਾਰੇ ਜਾਣੇ ਆਪਣੇ ਛਤਰ ਆਪਣੇ ਦੁਸ਼ਮਣਾਂ ਨੂੰ ਪਿੱਛੇ ਘਟਾਉਂਦੇ ਪਏ ਹਨ। ਦੁੰਦਮ ਦੇ ਵਿਜੇ ਦੋ ਓਰਨ। ਦੁੰਦਬ ਦੇਹੀ ਵਜੈ ਦੋਹੋਂ ਓਰਨ। ਦੋਵਾਂ ਪਾਸਿਆਂ ਤੋਂ ਬਹੁਤ ਵੱਡਾ ਨਗਾਰਾ ਵੱਜ ਰਿਹਾ ਵਾ। ਦੁੰਦਬ ਦਾ ਅਰਥ ਹੁੰਦਾ ਕਿ ਨਗਾਰਾ। ਦੋਨਾਂ ਪਾਸਿਆਂ ਤੋਂ ਬਹੁਤ ਵੱਡੇ ਵੱਡੇ ਨਗਾਰਿਆਂ ਤੇ ਚੋਟਾਂ ਲੱਗਦੀਆਂ ਪਈਆਂ ਹਨ। ਤੀਰਨ ਤੋਮਰ ਤਾਕ ਚਲਾਵੇ। ਤੇ ਐਨ ਆਪੋ ਆਪਣੇ ਦੁਸ਼ਮਣਾਂ ਨੂੰ ਵੇਖ ਵੇਖ ਕੇ ਨਾ ਤੱਕ ਤੱਕ ਕੇ ਤੇ ਨਿਸ਼ਾਨਾ ਲੈ ਲੈ ਕੇ ਤੀਰਨ ਤੋਮਰ। ਤੀਰਨ ਦਾ ਅਰਥ ਅਗੇ ਤੀਰ ਤੇ ਤੋਮਰ ਦਾ ਅਰਥ ਅਗੇ ਬਰਸ਼ੇ। ਦੋਨਾਂ ਪਾਸਿਆਂ ਦੇ ਸਿਪਾਹੀ ਆਪਣੇ ਦੁਸ਼ਮਣਾਂ ਨੂੰ ਵੇਖ ਵੇਖ ਕੇ ਉਹਨਾਂ ਦਾ ਨਿਸ਼ਾਨਾ ਲੈ ਲੈ ਕੇ ਫਿਰ ਆਪਣੇ ਬਰਸ਼ੇ ਔਰ ਆਪਣੇ ਤੀਰ ਚਲਾਉਂਦੇ ਪਏ ਹਨ। ਮਾਰੋ ਮਾਰ ਪੁਕਾਰਤ ਹੈ। ਬਸ ਦੋਵਾਂ ਪਾਸਿਆਂ ਦੇ ਸੂਰਮੇ ਬੜੀ ਉੱਚੀ ਆਵਾਜ਼ ਵਿੱਚ ਮਾਰ ਲਓ ਕਹਿੰਦੇ ਪਏ। ਮਾਰ ਲਓ ਦੀ ਆਵਾਜ਼ ਦੇ ਨਾਲ ਸੰਗਤ ਦੀ ਉੱਥੇ ਮੈਦਾਨ ਭਰਿਆ ਹੋਇਆ ਕਿ ਮੁਖ ਸਰੋਣ ਭਰੇ ਅਸ ਕੋ ਚਮਕਾਵੇ। ਹੁਣ ਕਹਿੰਦੇ ਨੇ ਇਹਨਾਂ ਸਾਰਿਆਂ ਸੂਰਮਿਆਂ ਦੇ ਮੁਖੜੇ ਜਿਹੜੇ ਨੇ ਉਹ ਲਾਲ ਰਤੇ ਹੋਏ ਪਏ, ਜਿਵੇਂ ਮੂੰਹ 'ਚੋਂ ਖੂਨ ਡੁੱਲਦਾ ਹੋਵੇ। ਰੋਹ ਨਾਲ ਵੀਰ ਰਸ ਨਾਲ ਜੋ ਭਰੇ ਆ ਇਹਨਾਂ ਸਾਰੇ ਸੂਰਮਿਆਂ ਦੇ ਮੁਖੜੇ ਜਿਹੜੇ ਨੇ ਉਹ ਲਾਲ ਰੱਤੇ ਹੋਏ ਪਏ ਆ। ਔਰ ਨਾਲ ਅਗਲਾ ਬਚਨ ਉਹਨਾਂ ਲਿਖਿਆ ਕਿ ਭਾਈ ਸਾਹਿਬ ਜੀ ਕਹਿੰਦੇ ਆਪੋ ਆਪਣੀਆਂ ਤਲਵਾਰਾਂ ਨੂੰ ਚਮਕਾ ਰਹੇ ਸਨ। ਲਹਿਰਾਈਆਂ ਜਾ ਰਹੀਆਂ ਨੇ ਆਕਾਸ਼ ਵਿੱਚ ਕਿਰਪਾਨਾਂ ਦੋਨਾਂ ਪਾਸਿਆਂ ਦੇ ਸੂਰਮਿਆਂ ਵੱਲੋਂ ਜੀ। ਟੂਟ ਪਰੇ ਪਟ ਝੂਟ ਗਏ। ਹੁਣ ਬੜਾ ਸੁੰਦਰ ਨਕਸ਼ਾ ਬਣਿਆ। ਕਹਿੰਦੇ ਟੂਟ ਪਰੇ ਪਟ ਝੂਟ ਗਏ, ਇੱਕ ਦੂਜੇ ਉੱਪਰ ਟੁੱਟ ਕੇ ਪੈ ਗਏ ਆ ਸੂਰਮੇ। ਝੂਟ ਗਏ ਦਾ ਅਰਥ ਕਿ ਗੁੱਥਮ ਗੁੱਥਾ ਹੋ ਗਏ ਆ। ਇਹਨਾਂ ਭਿਆਨਕ ਜੰਗ ਭਾਈ ਸਾਹਿਬ ਜੀ ਕਹਿੰਦੇ ਟੁੱਟ ਕੇ ਪੈ ਗਏ ਨੇ ਇੱਕ ਦੂਜੇ ਨੂੰ ਸੂਰਮੇ। ਔਰ ਉਸ ਰਣ ਖੇਤਰ ਦੇ ਵਿੱਚ ਦੋਨਾਂ ਪਾਸਿਆਂ ਦੇ ਸੂਰਮੇ ਗੁੱਥਮ ਗੁੱਥਾ ਹੋ ਗਏ ਗਨ। ਅਟੇਕ ਨਾ ਮਿਟੇ ਲਟਕੇ ਚਟਕਾਵੇ। ਕਹਿੰਦੇ ਅਟਕੇ ਨਾ ਮਿਟਾਏ। ਫਿਰ ਅਗਲਾ ਬਚਨ ਕਿ ਲਟਕੇ ਝਟਕਾਵੇਂ। ਕਵੀ ਜੀ ਕਹਿੰਦੇ ਨੇ ਕੋਈ ਸੂਰਮਾ ਉਸ ਜਗ੍ਹਾ ਤੇ ਪਿੱਛੇ ਨਹੀਂ ਹਟਦਾ ਪਿਆ। ਬਸ ਜਿੰਦਾ ਦਾ ਲੱਗ ਜਾਂਦਾ ਉਹ ਸਾਹਮਣੇ ਵਾਲੇ ਨੂੰ ਝਟਕਾ ਦਿੰਦਾ ਕਿ ਝਟਕਾਉਣ ਦਾ ਅਰਥ ਤੇ ਤੁਸੀਂ ਜਾਣਦੇ ਹੋ, ਵੱਢ ਕੇ ਸੁੱਟ ਦੇਣਾ ਧਰਤੀ ਤੇ। ਭਾਈ ਸਾਹਿਬ ਜੀ ਕਹਿੰਦੇ ਨੇ ਅੜਕਦੇ ਨਹੀਂ ਪਏ ਸੂਰਮੇ ਉੱਥੇ। ਬਸ ਜਿੰਦਾ ਸੂਤਰ ਆ ਜਾਂਦਾ ਕਿ ਉਹ ਆਪਣੇ ਸਾਹਮਣੇ ਵਾਲੇ ਨੂੰ ਝਟਕਾ ਕੇ ਧਰਤੀ ਤੇ ਸੁੱਟ ਦਿੰਦਾ ਗਏ ਜੀ। ਜਿਉਂ ਜਬ ਮਾਰ ਮਚੀ ਦੂੰ ਉਰਤੇ। ਹੁਣ ਭਾਈ ਸਾਹਿਬ ਜੀ ਕਹਿੰਦੇ ਜਦੋਂ ਇਸ ਢੰਗ ਨਾਲ ਦੋਵਾਂ ਪਾਸਿਆਂ ਤੋਂ ਬਹੁਤ ਵੱਡੀ ਮਾਰ ਮੱਚੀ ਨਾ, ਬਹੁਤ ਵੱਡਾ ਯੁੱਧ ਹੋ ਰਿਹਾ ਸੀ। ਜਦੋਂ ਦੋਨਾਂ ਪਾਸਿਆਂ ਤੋਂ ਉਤੇ ਬਹੁਤ ਵੱਡੀ ਮਾਰ ਮੱਤੀ ਗਏ ਜੀ। ਵੀਰ ਗਿਰੇ ਮਰ ਕੈ ਸਮੁਦਾਇ। ਤੇ ਦੋਵਾਂ ਪਾਸਿਆਂ ਦੇ ਬਹੁਤ ਜ਼ਿਆਦੇ ਸੂਰਮੇ ਮਰ ਮਰ ਕੇ ਧਰਤੀ ਤੇ ਡਿੱਗ ਪਏ। ਦੋਨਾਂ ਪਾਸਿਆਂ ਦੇ ਬਹੁਤ ਸਾਰੇ ਸੂਰਮੇ ਆਪਣੇ ਪ੍ਰਾਣਾਂ ਨੂੰ ਤਿਆਗ ਕੇ ਜ਼ਮੀਨ ਉੱਪਰ ਡਿੱਗ ਗਏ ਹਨ ਜੀ। ਬੈਰਮ ਖਾਨ ਅਰਿਓ ਤਬ ਆਪ ਹੀ। ਹੁਣ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਦੁਸ਼ਮਣ ਦਲ ਦਾ ਦੂਜਾ ਸੈਨਾਪਤੀ ਬੈਰਮ ਖਾਨ ਇਹ ਆਪ ਉਸ ਜਗ੍ਹਾ ਤੇ ਆ ਕੇ ਅੜਿਆ ਗਿਆ। ਅੜਨ ਦਾ ਭਾਵ ਕਿ ਅੱਗੇ ਐਨ ਡਟ ਕੇ ਖੜ ਜਾਣਾ। ਬੈਰਮ ਖਾਨ ਜਿਹੜਾ ਕਿ ਉਸ ਜਗ੍ਹਾ ਦੇ ਉੱਪਰ ਸੰਗਤ ਦੀ ਉਹ ਆਪ ਅੱਗੇ ਆ ਕੇ ਅੜਿਆ ਗਏ ਜੀ। ਵੀਰ ਕਤੇ ਕਹਿ ਸੰਗ ਸਹਾਈ। ਤੇ ਇਹਨੇ ਆਪਣੀ ਸਹਾਇਤਾ ਵਾਸਤੇ ਆਪਣੀ ਫੌਜ ਵਿੱਚੋਂ ਬਹੁਤ ਸਾਰੇ ਸੂਰਮੇ ਆਪਣੇ ਨਾਲ ਲਏ। ਕੱਲ ਆਪਾਂ ਸਰਵਣ ਕੀਤਾ ਸੀ 1000 ਸਿਪਾਹੀ ਆ ਇਹਦੇ ਨਾਲ। ਭਾਈ ਸਾਹਿਬ ਨੇ ਫਿਰ ਮੁੜ ਕੇ ਬਚਨ ਲਿਖਿਆ ਕਿ ਬਹੁਤ ਸਾਰੇ ਆਪਣੇ ਸੂਰਮਿਆਂ ਨੂੰ ਬੈਰਮ ਖਾਨ ਨੇ ਆਪਣੇ ਨਾਲ ਲਿਆ ਹੋਇਆ ਗਏ ਦੀ। ਕਰਵਾਰਨ ਮਿਆਨ ਤੇ ਜਦੋਂ ਉਹਨੇ ਵੇਖਿਆ ਵੀ ਭਾਈ ਸਾਹਿਬ ਭਾਈ ਮਥੁਰਾ ਸਾਹਿਬ ਦੀ ਅਗਾਂਹ ਤੁਰੇ ਆ ਰਹੇ ਨੇ ਤੇ ਮੇਰੇ ਸਿਪਾਹੀਆਂ ਦੀਆਂ ਲਾਸ਼ਾਂ ਧਰਤੀ ਤੇ ਸੁੱਟੀ ਜਾ ਰਹੇ ਨੇ
ਭਾਈ ਮਤਰਾ ਸਾਹਿਬ ਜੀ ਨੂੰ ਰੋਕਣ ਵਾਸਤੇ ਬੈਰਮ ਖਾਨ ਨੇ ਆਪਣੀ ਕਿਰਪਾਨ ਬੇਮਿਆਨੀ ਕਰ ਲਈ ਹੈ। ਭਾਈ ਸਾਹਿਬ ਜੀ ਨੂੰ ਰੋਕਣ ਵਾਸਤੇ ਬੈਰਮ ਖਾਨ ਨੇ ਆਪਣੀ ਕਿਰਪਾਨ ਆਪਣੇ ਮਿਆਨ ਵਿੱਚੋਂ ਖਿੱਚ ਕੇ ਬਾਹਰ ਕੱਢ ਲਈ ਗਏ ਜੀ। ਮਾਰਤ ਬੇਗ ਅਰੇ ਅਗਵਾਈ। ਔਰ ਭਾਈ ਸਾਹਿਬ ਜੀ ਕਹਿੰਦੇ ਇਹ ਅਗਵਾਈ ਕਰਦਾ ਹੋਇਆ ਆਪਣੇ ਸਿਪਾਹੀਆਂ ਦੀ ਸੰਗਤ ਦੀ ਬੜੀ ਤੇਜ਼ੀ ਦੇ ਨਾਲ ਵਾਰ ਕਰਦਾ ਪਿਆ ਹੈ। ਆਪਣੇ ਸਿਪਾਹੀਆਂ ਦੀ ਅਗਵਾਈ ਕਰਦਾ ਹੋਇਆ ਬੜੀ ਤੇਜ਼ੀ ਦੇ ਨਾਲ ਬੈਰਮ ਖਾਨ ਆਪਣੀ ਤਲਵਾਰ ਚਲਾਉਂਦਾ ਪਿਆ ਗਏ ਜੀ। ਆਵਤ ਗੈਰਤ ਸੂਰਨ ਕੋ। ਨਾਲੇ ਬੈਰਮ ਖਾਨ ਆਪਣੇ ਸਿਪਾਹੀਆਂ ਦੀ ਅਗਵਾਈ ਕਰਦਾ ਭਾਈ ਮਥੁਰਾ ਜੀ ਵਾਲੇ ਪਾਸੇ ਵੱਧਦਾ ਆ ਰਿਹਾ ਤੇ ਨਾਲੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੂਰਮਿਆਂ ਨੂੰ ਧਰਤੀ ਤੇ ਲੇਟਾਉਂਦਾ ਆ ਰਿਹਾ। ਸਿਪਾਹੀ ਜਿਹੜਾ ਇਹਦੇ ਸਾਹਮਣੇ ਆ ਗਿਆ ਉਹਨੂੰ ਤੇ ਇਹਨੇ ਸਮਾਨ ਦਿੱਤਾ ਨਾ ਸਦਾ ਦੀ ਨੀਂਦ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਨੂੰ ਸ਼ਹੀਦ ਕਰਦਾ ਹੋਇਆ ਬੈਰਮ ਖਾਨ ਬੜੀ ਫੁਰਤੀ ਦੇ ਨਾਲ ਭਾਈ ਮਥੁਰਾ ਸਾਹਿਬ ਵਾਲੇ ਪਾਸੇ ਵੱਧਦਾ ਆ ਰਿਹਾ ਗਏ। ਚਿਹਰੇ ਨੌ ਕੋ ਅਸਮਾਰ ਕਹਿੰਦੇ ਮਚਾਈ। ਏਡਾ ਵੱਡਾ ਯੋਧਾ ਸੀ ਬੈਰਮ ਖਾਨ ਕਿ ਇਸ ਬੰਦੇ ਦੇ ਸਾਹਮਣੇ ਠਹਿਰਨਾ ਵੀ ਕੋਈ ਸੌਖੀ ਗੱਲ ਨਹੀਂ। ਇਹੋ ਜੀ ਮਾਰ ਉਸ ਬੰਦੇ ਨੇ ਮਚਾਈ ਤੇ ਇੰਨਾ ਭਿਆਨਕ ਯੁੱਧ ਕੀਤਾ ਤੇ ਤਲਵਾਰ ਦਾ ਇਹਨੇ ਇੰਨਾ ਨਾਚ ਨਚਾਇਆ। ਭਾਈ ਸਾਹਿਬ ਜੀ ਕਹਿੰਦੇ ਦੀ ਤਲਵਾਰ ਦੇ ਅੱਗੇ ਕਿਸੇ ਤੋਂ ਠਹਿਰਿਆ ਨਹੀਂ ਜਾ ਰਿਹਾ। ਇੰਨੀ ਤੇਜ਼ ਸੰਗਤ ਦੀ ਉੱਤੇ ਕਿਰਪਾਨ ਤੇ ਮੱਖੀ ਨਹੀਂ ਸੀ ਬਹਿਣ ਦਿੰਦਾ ਤੇ ਬੰਦਾ ਕੀ ਠਹਿਰੇ। ਕਵੀ ਭਾਈ ਸੰਤੋਖ ਸਿੰਘ ਨੇ ਲਿਖਿਆ ਕਿ ਕਹਿੰਦੇ ਇਹਦੀ ਕਿਰਪਾਨ ਦੇ ਸਾਹਮਣੇ ਕਿਸੇ ਤੋਂ ਨਹੀਂ ਅੜਿਆ ਜਾਂਦਾ ਜੀ। ਹੰਸਕ ਛੰਦ। ਹੰਸਕ ਛੰਦ। ਛੰਦ ਹੰਸਕ। ਹੰਸਕ ਸੰਗਤ ਦੀ ਚਾਲ ਦਾ ਨਾਮ ਹੈ। ਇਹ ਰਾਗ ਨਾਲ ਸੰਬੰਧ ਰੱਖਣ ਵਾਲੀਆਂ ਚੀਜ਼ਾਂ ਨੇ। ਜਿਹੜੇ ਤੁਹਾਡੇ ਚੋਂ ਰਾਗ ਦੀ ਜਾਣਕਾਰੀ ਰੱਖਦੇ ਉਹਨਾਂ ਨੂੰ ਬਹੁਤਾ ਇਸ ਗੱਲ ਦਾ ਪਤਾ ਹੋਏਗਾ। ਹੰਸਕ ਛੰਦ। ਭਾਈ ਸਾਹਿਬ ਦੀ ਇਸ ਛੰਦ ਦੇ ਵਿੱਚ ਹੁਣ ਅੱਗੇ ਸਾਰੇ ਦੇ ਸਾਰੇ ਜੰਗ ਦਾ ਜ਼ਿਕਰ ਕਰ ਰਹੇ। ਹੰਸਕ ਦਾ ਲਫ਼ਜ਼ੀ ਅਰਥ ਵੈਸੇ ਹੰਸ ਵੀ ਹੁੰਦਾ ਹੈ ਤੇ ਹੰਸ ਦੇ ਦੋ ਖੰਭ ਹੁੰਦੇ ਆ ਤੇ ਸੰਗਤ ਦੀ ਇਸ ਛੰਦ ਦੇ ਵਿੱਚ ਨਾ ਸਾਰਾ ਛੰਦ ਪੜ੍ਹ ਕੇ ਵੇਖ ਲਓ ਦੋ ਵੱਖਰੇ ਹੋਣਗੇ। ਜਿਵੇਂ ਬੈਰਮ ਖਾਨਾ ਇਹ ਦੋ ਬਣ ਗਏ ਨਾ, ਬਸ ਇੰਨਾ ਕੁ। ਅੱਗੇ ਕੀਨ ਮਦਾਨਾ ਇਹ ਵੀ ਦੋ ਬਣ ਗਏ, ਕੀਨ ਤੇ ਮਦਾਨਾ। ਇੱਕ ਚਾਲ ਗਏ ਭਾਈ ਸਾਹਿਬ ਦੀ ਹੰਸਕ ਛੰਦ ਦੇ ਵਿੱਚ ਹੁਣ ਬੜੇ ਸੁੰਦਰ ਢੰਗ ਦੇ ਨਾਲ ਜ਼ਿਕਰ ਕਰਦੇ ਪਏ ਹਨ ਜੀ। ਬੈਰਮ ਖਾਨਾ ਕਵੀ ਜੀ ਕੀਨ ਕਹਿੰਦੇ ਮਦਾਨਾ। ਨੇ ਜਿਹੜਾ ਬੈਰਮ ਖਾਨ ਕਹਿਣਾ, ਬੈਰਮ ਖਾਨਾ ਇਹ ਦੁਸ਼ਮਣ ਦੇ ਇੱਕ ਸੈਨਾਪਤੀ ਦਾ ਨਾਮ ਹੈ ਜੀ। ਕੀਨ ਮਦਾਨਾ। ਉਹਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਦੇ ਸਾਹਮਣੇ ਆ ਕੇ ਬੜਾ ਵੱਡਾ ਯੁੱਧ ਕੀਤਾ। ਮਹਾਰਾਜ ਸਾਹਿਬ ਜੀ ਦੇ ਸਿੱਖਾਂ ਦੇ ਸਾਹਮਣੇ ਭਿਆਨਕ ਯੁੱਧ ਕਰਦਾ ਪਿਆ ਗਏ ਜੀ। ਕੈਂਚ ਕਿਰਪਾਨਾ। ਬਸ ਇਹਨਾਂ ਸਭਨਾਂ ਨੇ ਸਮੇਤ ਬੈਰਮ ਖਾਨ ਦੇ ਆਪਣੀਆਂ ਕਿਰਪਾਨਾਂ ਖਿੱਚ ਲਈਆਂ ਨੇ। ਆਪਣੀਆਂ ਕਿਰਪਾਨਾਂ ਮਿਆਨਾਂ ਚੋਂ ਬਾਹਰ ਕੱਢ ਲਈਆਂ ਕਨ। ਵੀਰ ਨਹਾਨਾ। ਔਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਹੁਤ ਜ਼ਿਆਦੇ ਸੂਰਮਿਆਂ ਦੀ ਹੱਤਿਆ ਕੀਤੀ ਗਈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਹੁਤੇ ਸੂਰਮਿਆਂ ਨੂੰ ਬੈਰਮ ਖਾਨ ਨੇ ਸਦਾ ਦੀ ਨੀਂਦ ਸਵਾ ਦਿੱਤਾ ਗਏ ਜੀ। ਨਾ ਅਰੰਤਾ। ਬੈਰਮ ਖਾਨ ਏਡਾ ਵੱਡਾ ਯੋਧਾ ਗਏ ਕਿ ਇਹਦੇ ਸਾਹਮਣੇ ਅੜਦਾ ਹੀ ਕੋਈ ਨਹੀਂ। ਬੈਰਮ ਖਾਨ ਦੇ ਸਾਹਮਣੇ ਕੋਈ ਵੀ ਯੋਧਾ ਖਲਾਉਣ ਦਾ ਘੀਆ ਨਹੀਂ ਕਰਦਾ ਜੀ। ਮਾਰ ਗਰੰਤਾ। ਤੇ ਜੇ ਕੋਈ ਬੰਦਾ ਥੋੜਾ ਬਹੁਤਾ ਇਹਦੇ ਸਾਹਮਣੇ ਅੜ ਜਾਂਦਾ ਕਿ ਤੇ ਮਾਰ ਗਰੰਤਾ ਉਹਨੂੰ ਵੱਢ ਕੇ ਟੁਕੜੇ ਟੁਕੜੇ ਕਰਕੇ ਬੈਰਮ ਖਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਨੂੰ ਧਰਤੀ ਤੇ ਸੁੱਟਦਾ ਪਿਆ ਗਏ। ਰੌਰ ਮਚੰਤਾ। ਰੌਰ ਮਚੰਤਾ ਉਸ ਜਗ੍ਹਾ ਦੇ ਉੱਪਰ ਜੰਗ ਦੇ ਮੈਦਾਨ ਵਿੱਚ ਇਹ ਬਹੁਤ ਵੱਡਾ ਰੌਲਾ ਪਾ ਰਿਹਾ ਸੀ। ਬੈਰਮ ਖਾਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਨੂੰ ਲਲਕਾਰਦਾ ਪਿਆ ਕਿ ਜੋ ਜੀ। ਬਲਵੰਤਾ। ਕਵੀ ਜੀ ਕਹਿੰਦੇ ਅਸਲ ਵਿੱਚ ਇਹ ਬਲ ਵਾਲਾ ਸਰੀਰ ਅੰਦਰ ਤਾਕਤ ਗਏ ਜੋ ਬਲਵੰਤਾ। ਬਹੁਤ ਸਾਰਾ ਇਸ ਬੰਦੇ ਦੇ ਸਰੀਰ ਵਿੱਚ ਬਲ ਗਏ, ਬਹੁਤ ਸਾਰੀ ਬੈਰਮ ਖਾਨ ਦੇ ਸਰੀਰ ਅੰਦਰ ਤਾਕਤ ਗਏ ਜੀ। ਹੋਰ ਨਚਾਵੇ। ਇੰਨਾ ਜ਼ਿਆਦਾ ਮਾਨੀ ਇਹ ਜਰਨੈਲ ਗਏ ਕਿ ਆਪਣੇ ਘੋੜੇ ਨੂੰ ਨਚਾਉਂਦਾ ਪਿਆ ਵਾ। ਤੁਸੀਂ ਅੰਦਾਜ਼ਾ ਲਾ ਕੇ ਵੇਖੋ ਵੀ ਜਿਹੜਾ ਜੰਗ ਵਿੱਚ ਆ ਕੇ ਵੀ ਘੋੜੇ ਨੂੰ ਨਚਾਉਂਦਾ ਪਿਆ ਉਹਦਾ ਮਤਲਬ ਇਹ ਬੇਖੌਫ ਬੰਦਾ ਹੈ ਨਾ, ਇਹਨੂੰ ਕਿਸੇ ਦਾ ਡਰ ਨਹੀਂ ਹੋਏਗਾ। ਜਿਹੜਾ ਡਰਦਾ ਕਿ ਉਹ ਤੇ ਵਿਚਾਰਾ ਘੋੜੇ ਦੀ ਉਹਲੇ ਲੁਕਦਾ ਫਿਰਦਾ ਹੁੰਦਾ। ਭਾਈ ਸਾਹਿਬ ਜੀ ਕਹਿੰਦੇ ਬੈਰਮ ਖਾਨ ਜਿਹੜਾ ਕਿ ਉਹ ਆਪਣੇ ਘੋੜੇ ਨੂੰ ਉਸ ਰਣ ਖੇਤਰ ਦੇ ਵਿੱਚ ਨਚਾਉਂਦਾ ਪਿਆ ਗਏ ਜੀ। ਵਾਰ ਚਲਾਵੇ। ਔਰ ਆਪਣੇ ਘੋੜੇ ਨੂੰ ਨਚਾਉਂਦਾ ਹੋਇਆ ਬੈਰਮ ਖਾਨ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਦੇ ਉੱਪਰ ਵਾਰ ਤਲਾਮਦਾ ਪਿਆ ਭਾਈ ਗਏ ਨਿਕਾਵੇ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਨੂੰ ਜ਼ਖਮੀ ਕਰਦਾ ਗਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖਾਂ ਦੇ ਸਰੀਰਾਂ ਤੇ ਜ਼ਖਮ ਲਾਮਦਾ ਗਏ ਐ ਦੀ ਉਤਲਾਵੇ ਤੇ ਕਹਿੰਦੇ ਕਹੇ ਉਤਲਾਵੇ, ਜਿਸ ਬੰਦੇ ਤੇ ਇਹਦੀ ਤਲਵਾਰ ਟਿਕਾਣੇ ਲੱਗ ਜਾਂਦੀ ਹੈ ਨਾ, ਬੈਰਮ ਖਾਨ ਨੂੰ ਉਸ ਸਿੱਖ ਨੂੰ ਘੋੜੇ ਤੋਂ ਥੱਲੇ ਵੀ ਸੁੱਟ ਦਿੰਦਾ ਸੀ। ਤਰਪਾਨ ਟਿਕਾਣੇ ਲੱਗ ਗਈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਹ ਸਿੱਖ ਸ਼ਹੀਦ ਹੋ ਕੇ ਥੱਲੇ ਵੀ ਡਿੱਗ ਪੈਂਦਾ ਗਏ ਜੀ। ਗਿਆਨਤ ਵਿਦਿਆ ਕਵੀ ਜੀ ਕਹਿੰਦੇ ਅਸਲ ਵਿੱਚ ਨਾ ਇਹ ਵਿਦਿਆ ਜਾਣਦਾ ਸੀ। ਅੱਜ ਅਸੀਂ ਇੱਕ ਵਿਦਵਾਨ ਦਾ, ਚਲੋ ਆਪਾਂ ਵਿਦਵਾਨ ਤਾਂ ਨਹੀਂ ਕਹਿ ਸਕਦੇ, ਇਹ ਉਹਨਾਂ ਲੋਕਾਂ ਦੀਆਂ ਗੱਲਾਂ ਨੇ ਜਿਨ੍ਹਾਂ ਨੇ ਸਿਰਫ 2-4 ਗੱਲਾਂ ਫੇਸਬੁੱਕ ਤੋਂ ਪੜ੍ਹੀਆਂ ਤੇ ਉਹਨੇ ਸਾਨੂੰ ਇੱਕ ਗੱਲ ਆਖੀ, ਕਹਿਣ ਲੱਗੇ ਤੁਸੀਂ ਉਸਤਾਦਾਂ ਤੋਂ ਸਿੱਖੇ ਤੇ ਅਸੀਂ ਹਾਲਾਤਾਂ ਤੋਂ ਸਿੱਖੇ। ਤੇ ਮੈਂ ਆਪਣੇ ਅੰਦਾਜ਼ ਵਿੱਚ ਜਵਾਬ ਦਿੱਤਾ ਸੀ, ਉਸਤਾਦ ਦਾ ਸਿੱਖਿਆ ਹਾਲਾਤ ਨਾਲੋਂ ਬਿਹਤਰ ਹੁੰਦਾ ਵਾ। ਹਾਲਾਤਾਂ ਵਧੋ ਵਧੀ ਸਿਖਾ ਦਿੰਦਾ ਨਾ, ਬੰਦਾ ਨਹੀਂ ਵੀ ਸਿੱਖਣਾ ਚਾਹੁੰਦਾ, ਮਜਬੂਰੀ ਬਣ ਗਈ, ਤੈਨੂੰ ਸਿੱਖਣਾ ਪੈ ਗਿਆ ਤੇ ਸਿੱਖ ਲਿਆ ਵਾ। ਪਰ ਉਸਤਾਦ ਕੋਲ ਤੇ ਬੰਦਾ ਸ਼ੌਂਕ ਨਾਲ ਜਾ ਕੇ ਸਿੱਖਦਾ। ਇਸ ਕਰਕੇ ਕਦੀ ਇਸ ਗੱਲ ਦਾ ਮਾਣ ਨਹੀਂ ਰੱਖਣਾ ਕਿ ਮੈਂ ਹਾਲਾਤ ਤੋਂ ਸਿੱਖਿਆ ਕਿ ਨਹੀਂ, ਹਾਲਾਤ ਨਾਲੋਂ ਉਸਤਾਦ ਦਾ ਚੰਡਿਆ ਜ਼ਿਆਦਾ ਵਧੀਆ ਹੁੰਦਾ, ਕਿਉਂਕਿ ਉਹ ਜਾ ਕੇ ਸ਼ੌਂਕ ਨਾਲ ਸਿੱਖਦਾ ਹੈ। ਕਿਸੇ ਬੰਦੇ ਦੀ ਮਜਬੂਰੀ ਬਣ ਗਈ ਆ ਵੀ ਉਹਨੇ ਕੋਈ ਕੰਮ ਕਰਨਾ ਹੈ, ਉਹਨੂੰ ਸਾਰੀ ਜ਼ਿੰਦਗੀ ਮਜਬੂਰੀ ਬਸ ਕਰੇਗਾ। ਇਹ ਹਾਲਾਤ ਨੇ ਸਿਖਾਇਆ, ਉਹਨੂੰ ਦਿਲ ਨਹੀਂ ਸੀ ਕਰਦਾ। ਪਰ ਜਿਹੜਾ ਉਸਤਾਦ ਦਾ ਸਿੱਖਿਆ ਉਹਦੀ ਮਜਬੂਰੀ ਨਹੀਂ, ਉਹ ਨਿੱਕਾ ਹੁੰਦਾ ਸ਼ੌਂਕ ਵਜੋਂ ਲੱਗ ਗਿਆ ਸੀ ਤੇ ਸਾਰੀ ਜ਼ਿੰਦਗੀ ਉਸ ਕਰਮ ਨੂੰ ਕਰੇਗਾ ਤੇ ਹੁਣ ਸ਼ੌਂਕ ਨਾਲ ਹੀ ਕਰੇਗਾ। ਇਸ ਕਰਕੇ ਜੋ ਸਿੱਖਣਾ ਵੇ ਬੰਦਾ ਹਾਲਾਤਾਂ ਦਾ ਮਾਰਿਆ ਕਦੇ ਨਾ ਸਿੱਖੇ, ਜੋ ਸਿੱਖਣਾ ਕਿ ਉਹ ਉਸਤਾਦਾਂ ਕੋਲੋਂ ਜਾ ਕੇ ਸਿੱਖੇ। ਭਾਈ ਸਾਹਿਬ ਜੀ ਨੇ ਇੱਥੋਂ ਤੱਕ ਲਿਖਿਆ ਕਿ ਜਾਣਤ ਵਿਦਿਆ, ਜੇ ਕਿਤੇ ਹਾਲਾਤਾਂ ਦਾ ਮਾਰਿਆ ਇਹ ਸੰਗਤ ਦੀ ਹਾਲਾਤਾਂ ਤੋਂ ਸਿੱਖਿਆ ਹੋਇਆ ਜੰਗ ਕਰਨ ਵਾਸਤੇ ਆਉਂਦਾ ਤੇ ਏਡਾ ਵੱਡੀ ਕਿਰਪਾਨ ਨਾ ਚਲਾ ਸਕਦਾ। ਅਸਲ ਬੈਰਮ ਖਾਂ ਕਿਸੇ ਉਸਤਾਦ ਦਾ ਚੰਡਿਆ ਹੋਇਆ। ਕਵੀ ਭਾਈ ਸੰਤੋਖ ਸਿੰਘ ਨੇ ਲਿਖਿਆ ਕਿ ਜਾਣਤ ਵਿਦਿਆ, ਇਹ ਕਿਰਪਾਨ ਚਲਾਉਣ ਦੀ ਬਹੁਤ ਭਾਰੀ ਵਿਦਿਆ ਜਾਣਦਾ ਗਿਆ। ਬੈਰਮ ਖਾਨ ਇੱਕ ਬਹੁਤ ਵੱਡਾ ਸੂਰਮਾ ਕਹੇ ਦੀ ਸ੍ਰੀ ਅਸ ਛਿਦਿਆ, ਸ੍ਰੀ ਅਸ ਛਿਦਿਆ। ਸ੍ਰੀ ਅਸ ਛਿਦਿਆ ਦਾ ਭਾਵ ਕਿ ਸ੍ਰੀ ਸਾਹਿਬ ਕਿਰਪਾਨ ਦਾ ਹੁਨਰ ਇਸ ਬੰਦੇ ਨੂੰ ਬਹੁਤ ਜ਼ਿਆਦਾ ਗੇ। ਇਹਨੂੰ ਪਤਾ ਕਿ ਕਿਹੜੀ ਜਗ੍ਹਾ ਤੋਂ ਵਾਰ ਕਰਨਾ ਤੇ ਕਿਸ ਜਗ੍ਹਾ ਨਾਲ ਆਇਆ ਹੋਇਆ ਵਾਰ ਰੁਕਣਾ ਹੈ। ਇਸ ਹੁਨਰ ਦੇ ਵਿੱਚ ਬੈਰਮ ਖਾਨ ਜਿਹੜਾ ਕਿ ਉਹ ਮੁਕੰਮਲ ਤੌਰ ਤੇ ਨਿਪੁੰਨਤਾ ਹਾਸਲ ਕਰ ਸਕਿਆ ਗਏ ਦੀ ਨਾ ਅਟਕੰਤਾ। ਕਹਿੰਦੇ ਇਸ ਕਰਕੇ ਇੰਨੀ ਤੇਜ਼ ਬੈਰਮ ਖਾਨ ਦੀ ਕਿਰਪਾਨ ਚੱਲਦੀ ਪਈ ਵੀ ਇਹਦੇ ਸਾਹਮਣੇ ਅੜਦਾ ਕੋਈ ਨਹੀਂ ਪਿਆ। ਜਿਸ ਪਾਸੇ ਪੈਂਦਾ ਨਾ ਮੂੰਹ ਕਰਕੇ ਜਗ੍ਹਾ ਖਾਲੀ ਕਰਕੇ ਰੱਖ ਦਿੰਦਾ ਆਗੂ। ਕਹਿੰਦੇ ਇਸ ਬੰਦੇ ਦੇ ਸਾਹਮਣੇ ਅੜਦਾ ਹੀ ਕੋਈ ਨਹੀਂ ਪਿਆ ਦੀ। ਸਿੱਖਨ ਹੰਤਾ, ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਦੀ ਹੱਤਿਆ ਕਰ ਰਹੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਨੂੰ ਸ਼ਹੀਦ ਕਰਦਾ ਪਿਆ ਗਏ ਦੀ। ਜਿਉਰੇ ਹੁਣ ਕਹਿੰਦੇ ਜਿਹੜੇ ਹੋਰ ਸੂਰਮੇ ਸਨ, ਜਾਣੀ ਇਹਦੇ ਨਾਲ ਦੇ ਜਿਹੜੇ ਸਿਪਾਹੀ ਆ, ਬੈਰਮ ਖਾਨ ਦੇ ਨਾਲ ਦੇ ਜਿਹੜੇ ਬਾਕੀ ਦੇ ਯੋਧੇ ਗਣ ਦੀ, ਆਵਤ ਦੌਰੇ ਉਹ ਵੀ ਸਾਰੇ ਦੇ ਸਾਰੇ ਬੈਰਮ ਖਾਨ ਦੇ ਪਿੱਛੇ ਪਿੱਛੇ ਦੌੜੇ ਆ ਰਹੇ ਸਨ। ਰਾਹ ਅੱਗੋਂ ਇਹ ਖਾਲੀ ਕਰਦਾ ਜਾ ਰਿਹਾ ਤੇ ਬਾਕੀ ਸਾਰੇ ਜਿਹੜੇ ਨੇ ਉਹ ਬੈਰਮ ਖਾਨ ਦੇ ਪਿੱਛੇ ਪਿੱਛੇ ਦੌੜੇ ਆ ਰਹੇ ਹਨ। ਅਮਰ ਤੀਰ ਉਹਨਾਂ ਨੇ ਕਿਸੇ ਨੇ ਆਪਣੇ ਹੱਥ ਵਿੱਚ ਵਰਸ਼ਾ ਪੜਿਆ ਹੋਏ, ਕਿਸੇ ਨੇ ਆਪਣੇ ਹੱਥ 'ਚ ਕਮਾਨ ਪੜੀ ਆ ਤੇ ਪੱਥਾ ਤੀਰਾਂ ਨਾਲ ਭਰੇ। ਕਿਸੇ ਨੇ ਕਮਾਨ ਹੱਥ ਵਿੱਚ ਲਈ ਗਏ ਔਰ ਪੱਥਾ ਤੀਰਾਂ ਨਾਲ ਭਰਿਆ ਗਏ ਦੀ। ਵੇਦ ਸਰੀਰੰ ਔਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਦੇ ਸਰੀਰਾਂ ਨੂੰ ਵਿੰਨੀ ਜਾ ਰਹੇ। ਕਿਸੇ ਜਗ੍ਹਾ ਤੇ ਸਿੱਖ ਦੀ ਛਾਤੀ ਜਾ ਕੇ ਤੀਰ ਵੱਜਦਾ ਗਏ ਔਰ ਕਿਸੇ ਸਿੱਖ ਦੀ ਛਾਤੀ ਦੇ ਵਿੱਚ ਆ ਕੇ ਵਰਸ਼ਾ ਵੱਜਦਾ ਗਏ ਦੀ। ਸਿੱਖਨ ਹੇਰਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਨੇ ਨਾ ਐਨ ਬੜੀ ਇਕਾਗਰਤਾ ਦੇ ਨਾਲ ਹੁਣ ਬੈਰਮ ਖਾਨ ਨੂੰ ਵੇਖਿਆ ਗਏ ਦੀ। ਵੀਰ ਵਡੇਰਾ, ਉਹਨਾਂ ਵੇਖਿਆ ਵੀ ਯੋਧਾ ਇਹ ਵੀ ਘੱਟ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਦੀ ਐਨ ਨਜ਼ਰੀ ਪੈ ਗਿਆ, ਜਦੋਂ ਕੋਈ ਦੁਸ਼ਮਣ ਸੁੱਟਦਾ ਹੀ ਆਵੇ ਸਾਨੂੰ ਅਸੀਂ ਫਿਰ ਵੇਖਾਂਗੇ ਤੇ ਸਹੀ ਨਾ ਵੀ ਐਡਾ ਖੜਾ ਆ ਗਿਆ ਅੱਗੋਂ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਸਿੱਖਾਂ ਦੀ ਨਜ਼ਰ ਚੜ੍ਹ ਗਿਆ, ਜਿਹੜੇ ਚੰਗੇ ਜਰਨੈਲ ਸਨ। ਉਹਨਾਂ ਸਿੱਖਾਂ ਨੇ ਵੇਖਿਆ ਵੀ ਬੈਰਮ ਖਾਨ ਜਿਹੜਾ ਕਿ ਇਹ ਵੀ ਵੱਡਾ ਯੋਧਾ ਗਏ ਦੀ। ਮਾਰਤ ਕੰਗਮ, ਉਹਨਾਂ ਨੇ ਵੇਖਿਆ ਕਿ ਮਾਰਤ ਖੱਗੰ, ਖੱਗ ਦਾ ਅਰਥ ਕਿ ਤਲਵਾਰ, ਖੱਗ ਖੰਡ ਬੇਖੰਡੰ ਖਲਦਲ ਖੰਡੰ ਸ਼ਬਦ ਆਪਾਂ ਪੜ੍ਹਦੇ।
ਸਿੱਖਾਂ ਨੇ ਇਹ ਵੇਖਿਆ ਕਿ ਬੈਰਮ ਖਾਨ ਜਿਹੜਾ ਕਿ ਆਪਣੀਆਂ ਤਲਵਾਰਾਂ ਸਿੱਖਾਂ ਨੂੰ ਮਾਰਦਾ ਪਿਆ, ਆਪਣੇ ਸ਼ਸਤਰਾਂ ਦਾ ਵਾਰ ਕਰਦਾ ਪਿਆ ਗਏ ਦੀ। ਧਾਵਤ ਅਗੁਣ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖਾਂ ਨੇ ਇਹ ਵੀ ਵੇਖਿਆ ਵੀ ਆਪਣੇ ਕਿਰਪਾਨ ਦਾ ਵਾਰ ਕਰਦਾ ਹੋਇਆ ਅੱਗੇ ਨੂੰ ਵੱਧਦਾ ਆ ਰਿਹਾ। ਰਸਤਾ ਸਾਫ਼ ਕਰਕੇ ਸਿੱਖਾਂ ਨੂੰ ਸ਼ਹੀਦ ਤੇ ਜ਼ਖਮੀ ਕਰਕੇ ਬੈਰਮ ਖਾਨ ਅੱਗੇ ਨੂੰ ਵੱਧਦਾ ਆ ਰਿਹਾ ਗਏ ਦੀ। ਹੰਕਾਰੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖ ਜਾਣ ਕੇ ਇਹ ਵੱਡਾ ਮਾਨੀ ਬੰਦਾ ਹੈ। ਯਾਦ ਰੱਖਣਾ, ਕਦੇ ਕਿਸੇ ਬੰਦੇ ਨੂੰ ਉਹਦੀ ਵਿਦਿਆ ਨਹੀਂ ਡੁੱਬਦੀ ਹੁੰਦੀ। ਜਦੋਂ ਡੁੱਬਦਾ ਕਿ ਬੰਦਾ ਵਿਦਿਆ ਦੇ ਹੰਕਾਰ ਨਾਲ ਡੁੱਬਦਾ ਹੈ। ਸ਼ਾਇਦ ਤੁਹਾਨੂੰ ਪਤਾ ਹੋਣਾ ਹੈ, ਦੁਨੀਆ ਭਰ ਵਿੱਚ ਹੁਣ ਤੱਕ ਜਿੰਨੇ ਬੰਦੇ ਪਾਣੀ 'ਚ ਡੁੱਬ ਕੇ ਮਰੇ ਆ, ਸਿਆਣੇ ਵਿਦਵਾਨ ਕਹਿੰਦੇ ਇਹਨਾਂ ਦੇ ਵਿੱਚੋਂ 80% ਤੈਰਨਾ ਜਾਣਦੇ ਸੀ। 20% ਉਹ ਜਿਨ੍ਹਾਂ ਨੂੰ ਨਹੀਂ ਪਤਾ ਲੱਗਾ ਉਹ ਵੀ ਮਰ ਗਏ। 80% ਪਤਾ ਕਿਉਂ? ਤੈਰਨਾ ਜਾਣਦੇ ਸੀ। ਉਹਨਾਂ ਸੋਚਿਆ ਵੀ ਸਾਨੂੰ ਕਿੰਨੇ ਡੁੱਬਣਾ ਹੈ। ਅਸਲ 'ਚ ਤਾਰੂ ਹੀ ਡੁੱਬਦਾ ਹੁੰਦਾ ਵਾ। ਤਾਰੂ ਡੁੱਬ ਗਏ ਆ, ਉਹਨਾਂ ਨੂੰ ਮਾਣ ਹੋ ਗਿਆ, ਕਿਸੇ ਘੁੰਮਣ ਘਾਰੇ ਵਿੱਚ ਫਿਸ ਗਏ ਤੇ ਖਤਮ ਹੋ ਗਏ। ਬੰਦੇ ਦੇ ਕੋਲ ਹੁਨਰ ਹੋਵੇ ਤੇ ਉਹ ਜ਼ਿੰਦਗੀ ਵਿੱਚ ਉਸ ਬੰਦੇ ਨੂੰ ਅੱਗੇ ਲੈ ਕੇ ਜਾਂਦਾ ਹੈ, ਪਰ ਹੁਨਰ ਦਾ ਮਾਣ ਹੋਵੇ ਤੇ ਕਈ ਵਾਰੀ ਪਿੱਛੇ ਵੀ ਲੈ ਜਾਂਦਾ ਹੈ। ਤੇ ਸੱਚ ਵਿੱਚ ਇਹ ਯੋਧਾ ਸੀ ਬੈਰਮ ਖਾਨ, ਪਰ ਸੰਗਤ ਦੀ ਕੀ ਸੀ ਹੰਕਾਰੀ, ਤੇ ਹੁਣ ਹੋਰ ਹੰਕਾਰ ਚੜ ਗਿਆ ਵੀ ਮੇਰਾ ਤੇ ਰਸਤਾ ਕੋਈ ਰੋਕਦਾ ਹੀ ਨਹੀਂ ਪਿਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਿੱਖਾਂ ਨੇ ਵੇਖਿਆ ਕਿ ਮਾਨੀ ਹੈ। ਮਹਾਰਾਜ ਜੀ ਦੇ ਸਿੱਖਾਂ ਨੇ ਵੇਖਿਆ ਬਹੁਤ ਵੱਡਾ ਹੰਕਾਰੀ ਗਏ ਦੀ। ਆਏ ਹੰਕਾਰੀ ਤੇ ਉਹਨਾਂ ਨੇ ਇਹ ਵੀ ਵੇਖਿਆ ਆਏ ਅਗਾਰੀ, ਮਾਣ ਨਾਲ ਭਰਿਆ, ਹੰਕਾਰ ਨਾਲ ਭਰਿਆ ਬੈਰਮ ਖਾਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖਾਂ ਵੱਲ ਵੱਧਦਾ ਰਿਹਾ। ਭਾਵੇਂ ਕਵੀ ਭਾਈ ਸੰਤੋਖ ਸਿੰਘ ਨੇ ਜ਼ਿਕਰ ਨਹੀਂ ਕੀਤਾ, ਪਰ ਭਾਈ ਵੀਰ ਸਿੰਘ ਜੀ ਕਹਿੰਦੇ ਇਹਦਾ ਅਸਲ ਨਿਸ਼ਾਨਾ ਗੁਰੂ ਹਰਗੋਬਿੰਦ ਸਾਹਿਬ ਸੀ। ਇਹ ਸੋਚਦਾ ਸੀ ਮੈਂ ਜੰਗ ਦੇ ਵਿੱਚੋਂ ਲੰਘ ਕੇ ਜਾ ਕੇ ਨਾ ਸਿੱਖਾਂ ਨੂੰ ਮਾਰ ਕੇ ਤੇ ਫਿਰ ਗੁਰੂ ਦਾ ਕਤਲ ਕਰਨਾ ਹੈ। ਤੁਸੀਂ ਬੜੇ ਧੀਰਜ ਨਾਲ, ਬੜੇ ਠਰਮੇ ਨਾਲ, ਐਵੇਂ ਬੀਰ ਰਸਤਾ ਨਾਲ ਜਾਂ ਭਾਵੁਕ ਹੋ ਕੇ ਨਹੀਂ, ਬੜੀ ਇਕਾਗਰਤਾ ਨਾਲ ਆਪਣੇ ਮਨ 'ਚ ਸੋਚੋ ਵੀਰੇ ਕਿੱਡਾ ਵੱਡਾ ਯੋਧਾ ਹੋਏਗਾ ਜਿਹੜਾ ਇਹ ਸੋਚ ਕੇ ਬੈਠਾ ਹੋਵੇ ਵੀ ਫੌਜਾਂ ਨੂੰ ਚੀਰ ਕੇ ਲੰਘ ਜਾਣਾ ਹੈ ਮੈਂ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਕਤਲ ਕਰਨਾ ਹੈ। ਮਤਲਬ ਯੋਧਾ ਸੀ, ਸ਼ਸਤਰ ਵਿਦਿਆ ਜਾਣਦਾ ਸੀ। ਤੇ ਸਿੱਖਾਂ ਨੇ ਵੇਖਿਆ ਵੀ ਵੱਧਦਾ ਆ ਰਿਹਾ ਵਾ, ਤੇ ਸੱਚ ਖਾ ਲਿਆ ਜੇ ਨਾ ਰੁਕਦਾ ਤੇ ਵੱਧਦਾ ਵੱਧਦਾ ਵੱਧ ਹੀ ਜਾਂਦਾ। ਮਹਾਰਾਜ ਜੀ ਦੇ ਸਿੱਖਾਂ ਨੇ ਵੇਖਿਆ ਬੈਰਮ ਖਾਨ ਅੱਗੇ ਹੀ ਵੱਧਦਾ ਆ ਰਿਹਾ ਗਏ ਦੀ। ਸੈਨ ਸੰਘਾਰੀ ਤੇ ਨਾਲ ਭਾਈ ਸਾਹਿਬ ਭਾਈ ਮਥੁਰਾ ਵਰਗੇ ਸਿੱਖਾਂ ਨੇ ਵੇਖਿਆ ਵੀ ਮੇਰੇ ਫੌਜ ਦੇ ਬਹੁਤੇ ਸਿੱਖ ਨੇ ਸ਼ਹੀਦ ਵੀ ਕਰ ਦਿੱਤੇ, ਸਾਡੀ ਬਹੁਤ ਸਾਰੀ ਫੌਜ ਦਾ ਇਸ ਬੰਦੇ ਨੇ ਖਾਤਮਾ ਵੀ ਕਰ ਦਿੱਤਾ ਗਏ ਦੀ। ਬਲ ਭਾਰੀ ਇਸ ਬੰਦੇ ਦੇ ਸਰੀਰ ਅੰਦਰ ਬਹੁਤ ਜ਼ਿਆਦਾ ਬਲ ਗਏ। ਬੈਰਮ ਖਾਨ ਆਪਣੇ ਪੰਜ ਭੂਤਕ ਸਰੀਰ ਵਿੱਚ ਬਹੁਤ ਜ਼ਿਆਦੀ ਤਾਕਤ ਸਾਂਭ ਕੇ ਬੈਠਾ ਗਏ ਦੀ। ਹਰ ਬੋਲ ਮਨਾ ਛੰਦ ਇਕ ਕੈ ਮਤਰਾ। ਭਾਈ ਸਾਹਿਬ ਭਾਈ ਮਥੁਰਾ ਜੀ ਨੇ ਵੇਖਿਆ ਹਰ ਬੋਲ ਮਨਾ ਛੰਦ, ਇਹ ਰਾਗ ਨਾਲ ਸੰਬੰਧ ਰੱਖਦਾ। ਜਾਪ ਸਾਹਿਬ ਪੜ੍ਹਦੇ ਹੋ ਨਾ, ਕਰੁ ਨਾਲਿਆ ਕੈ ਹਰ ਘਾਲਿਆ ਕੈ ਖਲ ਖੰਡਨ ਕੈ ਮਹਿ ਮੰਡਨ ਕੈ ਜਗਤੇਸ਼ਵਰ ਕੈ ਪਰਮੇਸ਼ਵਰ ਕੈ। ਹਰ ਬੋਲ ਮਨਾ ਛੰਦ ਹੀ ਹੈ ਨਾ, 170 ਨੰਬਰ ਪੌੜੀ ਤੋਂ ਸ਼ੁਰੂ ਹੁੰਦਾ ਹੈ ਇਹ ਜਾਪ ਸਾਹਿਬ ਦੇ ਵਿੱਚ। ਇਸ ਜਗ੍ਹਾ ਤੇ ਕਵੀ ਜੀ ਨੇ ਕਿਹਾ ਹਰ ਬੋਲ ਮਨਾ ਛੰਦ ਪਿਖ ਕੇ ਮਥੁਰਾ। ਭਾਈ ਸਾਹਿਬ ਭਾਈ ਮਥੁਰਾ ਜੀ ਨੇ ਵੇਖਿਆ ਜੀ ਹੁਣ ਬੈਰਮ ਖਾਨ ਵਾਲੇ ਪਾਸੇ। ਭਾਈ ਮਥੁਰਾ ਸਾਹਿਬ ਦੀ ਦ੍ਰਿਸ਼ਟੀ ਜੜੀ ਗਏ, ਉਹ ਬੈਰਮ ਖਾਨ ਤੇ ਪੈ ਗਏ ਦੀ। ਰਣ ਭਾ ਸੁਥਰਾ ਤੇ ਭਾਈ ਸਾਹਿਬ ਨੇ ਕੀ ਵੇਖਿਆ ਵੀ ਉਧਰ ਤੇ ਸਾਰਾ ਮੈਦਾਨ ਸੁਥਰਾ ਪਿਆ ਵਾ, ਸੁਥਰਾ ਦਾ ਭਾਵ ਖਾਲੀ। ਵੀ ਬੈਰਮ ਖਾਨ ਤੇ ਸਾਡੇ ਸਿਪਾਹੀਆਂ ਨੂੰ ਸ਼ਹੀਦ ਕਰ ਕਰਕੇ ਮੈਦਾਨ ਹੀ ਖਾਲੀ ਕਰੀ ਜਾ ਰਿਹਾ। ਭਾਈ ਸਾਹਿਬ ਜੀ ਵੇਖਦੇ ਨੇ ਬੈਰਮ ਖਾਨ ਸਾਡੇ ਸਿੱਖਾਂ ਨੂੰ ਸ਼ਹੀਦ ਕਰਕੇ ਮੈਦਾਨ ਨੂੰ ਖਾਲੀ ਕਰਦਾ ਪਿਆ ਕਿ ਪਟ ਕਾਟ ਗਿਰੇ। ਤੇ ਸੰਗਤ ਦੀ ਭਾਈ ਮਥੁਰਾ ਜੀ ਨੇ ਜਦੋਂ ਧਰਤੀ ਤੇ ਵੇਖਿਆ ਨਾ, ਇਹਦਾ ਮਤਲਬ ਇਹ ਨਹੀਂ ਵੀ ਪਹਿਲਾਂ ਲੜਦਾ ਨਹੀਂ, ਪਹਿਲਾਂ ਤੇ ਭਾਈ ਮਥੁਰਾ ਕਿਤੇ ਪਰੇ ਲੜਦਾ ਹੋਏਗਾ, ਇੱਧਰੋਂ ਬੈਰਮ ਖਾਨ ਆਪਣੀ ਜਗ੍ਹਾ ਖਾਲੀ ਕਰੀ ਆ ਰਿਹਾ। ਭਾਈ ਮਥੁਰਾ ਸਾਹਿਬ ਨੇ ਧਰਤੀ ਤੇ ਵੇਖਿਆ ਤੇ ਬਹੁਤ ਸਾਰੇ ਸਿੱਖਾਂ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ। ਬਹੁਤ ਸਾਰੇ ਸਿੱਖਾਂ ਦੇ ਸ਼ਹੀਦ ਧਰਤੀ ਤੇ ਪਏ ਹੋਏ ਸਨ ਦੀ। ਦੇਹ ਪਰੇ ਤੇ ਕਹਿੰਦੇ ਇੰਨੀਆਂ ਦੇਹਾਂ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ। ਭਾਈ ਮਥੁਰਾ ਜੀ ਨੇ ਆਖਿਆ ਹੁਣ ਮੈਂ ਕੀ ਕਹਿਣਾ, ਤੇ ਅਨੇਕਾਂ ਸਿੱਖ ਨੇ ਸ਼ਹੀਦ ਕਰ ਦਿੱਤੇ ਆ। ਤੇ ਮਹਾਰਾਜ ਜੀ ਦੇ ਸਿੱਖ ਨੇ ਨਾ ਫਿਰ ਮਨ ਵਿੱਚ ਸੋਚਿਆ ਵੀ ਜੇ ਇਹਨੇ ਸ਼ਹੀਦ ਕੀਤੇ ਆ ਤੇ ਇਹਨਾਂ ਸਿੱਖਾਂ ਦਾ ਬਦਲਾ ਇਹਦੇ ਤੋਂ।
ਮਹਾਰਾਜ ਸੱਚੇ ਪਾਤਸ਼ਾਹ ਦਾ ਸਿੱਖ ਵੇਖਦਾ ਕਿ ਅਨੇਕਾਂ ਸਾਡੇ ਸਿੱਖ ਸ਼ਹੀਦ ਹੋ ਗਏ ਹਨ। ਜੈ ਖਾਨ ਖਰੋ ਕਹਿੰਦੇ ਜਿਸ ਜਗ੍ਹਾ ਦੇ ਉੱਪਰ ਫਿਰ ਖਾਨ ਖਲੋਤਾ ਸੀ ਨਾ, ਬੈਰਮ ਖਾਨ, ਜਿਸ ਜਗ੍ਹਾ ਵਾਲੇ ਪਾਸੇ ਅੱਗੇ ਹੋ ਕੇ ਵੱਧ ਕੇ ਗੁਰਸਿੱਖਾਂ ਨਾਲ ਲੜਦਾ ਪਿਆ ਸੀ ਜੀ, ਇਹ ਆਨੇ ਅਰੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਿੱਖ ਭਾਈ ਮਤਰਾ ਦੇ ਸਾਹਮਣੇ ਆ ਕੇ ਅੜ ਗਿਆ। ਸੰਗਤ ਦੀ ਇਹ ਸੂਰਮਗਤੀ ਆ, ਇਹਨੂੰ ਕਹਿੰਦੇ ਆ ਅਸਲ ਬਹਾਦਰੀ। ਗਲੇ 'ਚ ਕੁੱਤੇ ਦੇ ਸੋਟਾ ਮਾਰ ਕੇ ਕੋਈ ਬਹਾਦਰ ਨਹੀਂ ਬਣਦਾ ਹੁੰਦਾ। ਸਵਾਦ ਇਸ ਗੱਲ ਦਾ ਕਿ ਦੁਸ਼ਮਣ ਤੁਹਾਡੇ ਨਾਲ ਲੜਦਾ ਪਏ ਤੇ ਤੂੰ ਸਾਹਮਣੇ ਜਾ ਕੇ ਖੜ ਹੁੰਦੇ। ਭਾਈ ਸਾਹਿਬ ਭਾਈ ਮਤਰਾ ਸਾਹਿਬ ਜੀ ਜਿਹੜੇ ਨੇ ਸੰਗਤ ਦੀ, ਉਹ ਇਸ ਬੈਰਮ ਖਾਨ ਦੇ ਸਾਹਮਣੇ ਆ ਕੇ ਅੜ ਗਏ ਹਨ। ਬਿਰੰਦ ਲਿਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖ ਨੇ ਨਾਲ ਆਪਣੇ ਸੂਰਮੇ ਵੀ ਲਏ ਹੋਏ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਯੋਧੇ ਨੇ ਆਪਣੇ ਸਿੱਖ ਭਰਾਵਾਂ ਨੂੰ ਨਾਲ ਲਿਆ ਕੇ ਦੀ ਕਾਂਡ ਕੀਏ ਐਨ ਗੁਰੂ ਕੇ ਸਿੱਖ ਨੇ ਆਖਿਆ ਸਿੱਖੋ ਐਨ ਸਾਹਮਣੇ ਖੜ ਜਾਣਾ ਹੈ। ਜਿੰਨਾ ਚਿਰ ਸਾਡੇ ਸਾਰਿਆਂ ਦੀਆਂ ਲਾਸ਼ਾਂ ਉੱਪਰ ਦੀ ਲੰਘੇ ਨਾ, ਉਦੋਂ ਬੈਰਮ ਖਾਨੇ ਤੋਂ ਗਾਹ ਨਾ ਲੰਘੇ। ਤੇ ਨਾਲ ਉਹਨੇ ਆਖਿਆ ਵੀ ਇਹ ਯਾਦ ਰੱਖੋ, ਇਹ ਤੇ ਅਖੀਰਲਾ ਫੈਸਲਾ ਹੈ ਨਾ, ਪਰ ਕਰਨਾ ਅਸਲ ਅਸੀਂ ਇਹ ਆ ਵੀ ਬੈਰਮ ਖਾਨ ਨੇ ਸਾਡੀ ਲਾਸ਼ ਤੋਂ ਨਹੀਂ ਲੰਘਣਾ, ਹੁਣ ਅਸੀਂ ਉਹਦੀ ਲਾਸ਼ ਤੋਂ ਲੰਘਾਂਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਨੇ ਬੈਰਮ ਖਾਨ ਦੇ ਸਾਹਮਣੇ ਜਾ ਕੇ ਮੋਰਚਾ ਸਾਂਭ ਲਿਆ ਕਿ ਜੀ, ਅਗਨੀ ਉਗਲਾ ਤੇ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖਾਂ ਨੇ ਬੰਦੂਕਾਂ ਚਲਾਈਆਂ, ਅੱਗ ਉਗਲਦੀਆਂ ਪਈਆਂ ਸਨ। ਉਗਲਣ ਅਰਥ ਆਪ ਦੀ ਜਾਣਦੇ ਹੋ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖਾਂ ਦੀਆਂ ਬੰਦੂਕਾਂ ਅੱਗ ਉਗਲਦੀਆਂ ਪਈਆਂ ਨੇ, ਐਨ ਉਹਨਾਂ ਦੀਆਂ ਨਾਲੀਆਂ ਚੋਂ ਅੱਗ ਨਿਕਲਦੀ ਪਈ ਗਏ ਜੀ। ਗੁਣਕਾਨ ਡਲਾ ਤੇ ਕਹਿੰਦੇ ਗੁਣਕਾਨ ਡਲਾ, ਬਹੁਤ ਸਾਰੀਆਂ ਗੋਲੀਆਂ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖ ਗੋਲੀਆਂ ਚਲਾਉਂਦੇ ਪਏ ਗਨ ਦੀ। ਕਸ ਸ਼ੋਰ ਦਈ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖ ਦੁਸ਼ਮਣ ਦੇ ਸਿਪਾਹੀਆਂ ਦਾ ਨਿਸ਼ਾਨਾ ਲੈ ਲੈ ਕੇ ਫਿਰ ਮਾਰ ਕਰਦੇ ਪਏ ਗਨ ਦੀ। ਉਹ ਮਾਰ ਕਈ ਤੇ ਕਹਿੰਦੇ ਏਡੀ ਜ਼ਿਆਦੀ ਗੁਰਸਿੱਖਾਂ ਨੇ ਮਾਰ ਕੀਤੀ ਜਿੰਦੀ ਆਪਾਂ ਗਿਣਤੀ ਨਹੀਂ ਕਰ ਸਕਦੇ। ਭਾਈ ਮਥੁਰਾ ਜੀ ਦੀ ਅਗਵਾਈ ਵਿੱਚ ਐਡਾ ਕਹਿਰੀ ਹਮਲਾ ਕੀਤਾ ਕਿ ਇਸ ਹਮਲੇ ਬਾਰੇ ਅਸੀਂ ਆਪਣੀ ਜ਼ਿੰਦਗੀ ਵਿੱਚ ਸੋਚ ਵੀ ਨਹੀਂ ਸਕਦੇ ਜੀ। ਬਟ ਘੂਮ ਗਿਰੇ ਕਹਿੰਦੇ ਹੁਣ ਬਹੁਤ ਸਾਰੇ ਦੁਸ਼ਮਣਾਂ ਦੇ ਸਿਪਾਹੀ ਵੀ ਧਰਤੀ ਤੇ ਡਿੱਗਣ ਲੱਗੇ। ਪਹਿਲਾਂ ਬੈਰਮ ਖਾਨ ਨੇ ਸਿੱਖ ਸ਼ਹੀਦ ਕੀਤੇ ਸਨ, ਭਾਈ ਮਥੁਰਾ ਆ ਗਏ, ਇਹਨਾਂ ਦੇ ਬਹੁਤ ਸਾਰੇ ਸਿਪਾਹੀ ਹੁਣ ਧਰਤੀ ਤੇ ਡਿੱਗਣ ਲੱਗੇ ਗਨ ਜੀ। ਸ਼ੂਸ਼ ਫਿਰੇ ਬਹੁਤ ਸਾਰੇ ਘੋੜੇ ਇਹਨਾਂ ਦੇ ਖਾਲੀ ਭੱਜੇ ਫਿਰਦੇ ਸਨ। ਗੁਰਸਿੱਖ ਪਹਿਲਾਂ ਇਹ ਮਾਰਗ ਸੱਚੇ ਪਾਤਸ਼ਾਹ ਨੇ ਸੰਗਤ ਦੀ ਸਾਨੂੰ ਗੁਣ ਦਿੱਤਾ ਵਾ। ਅਸੀਂ ਵਾਰ-ਵਾਰ ਤਾਂ ਵਿੱਚ ਬੇਨਤੀ ਕਰਦੇ ਰਹਿੰਦੇ ਹਾਂ ਕਿ ਕਮਜ਼ੋਰ ਨਾ ਹੋਵੋ, ਗੁਰੂ ਕੀਆਂ ਗੱਲਾਂ ਨੂੰ ਯਾਦ ਰੱਖੋ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਮਕੌਰ ਦੀ ਗੜੀ ਚੋਂ ਬਾਹਰ ਨਿਕਲੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਸਿੱਖਾਂ ਦਾ ਗੁਰੂ ਜਾ ਰਹੇ ਇੱਕ ਪਾਸੇ, ਦੂਜੇ ਪਾਸੇ ਦਇਆ ਸਿੰਘ, ਇਸੇ ਪ੍ਰਕਾਰ ਦੂਜੇ ਸਿੰਘ ਵੀ ਗਏ। ਇਹ ਬੜੀ ਇਕਾਗਰਤਾ ਨਾਲ ਸਮਝਣ ਵਾਲੀ ਗੱਲ ਤੇ ਸਾਰੇ ਹੀ ਵਿਦਵਾਨ ਮੰਨਦੇ ਆ ਕਿ ਉਸ ਜਗ੍ਹਾ ਤੇ ਰਖਵਾਲੀ ਕਰਨ ਵਾਸਤੇ ਕੁਝ ਮਸ਼ਾਲਤੀ ਮਸ਼ਾਲਾਂ ਜਾ ਕੇ ਖਲੋਤੇ ਸਨ। ਰਾਤ ਸੀ ਨਾ, ਮਸ਼ਾਲ ਉਹਨਾਂ ਦਿਨਾਂ ਵਿੱਚ ਲਾਈਟ ਦਾ ਪ੍ਰਬੰਧ ਨਹੀਂ ਸੀ ਹੈਗਾ, ਮਸ਼ਾਲਾਂ ਜਗਾਈਆਂ ਵੀ ਪਤਾ ਲੱਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਰਸਤਾ ਖਾਲੀ ਕਰਨ ਵਾਸਤੇ ਮਾਰਗ ਸਾਹਿਬ ਦੀ ਹਨੇਰੇ 'ਚ ਖਲੋਤੇ ਆ। ਰਾਤ ਪੋਹ ਦੀ ਮਹੀਨੇ ਦੀ ਗਏ ਤੇ ਸੰਗਤ ਦੀ ਮਸ਼ਾਲ ਦੀ ਜਿੱਥੇ ਮਸ਼ਾਲ ਜਗਦੀ ਉਹਦੇ ਦਿਸਦੇ ਹੀ ਆ ਨਾ। ਮਹਾਰਾਜ ਨੇ ਤੀਰ ਚਲਾ ਕੇ ਪਹਿਲਾਂ ਮਸ਼ਾਲ 'ਤੇ ਸੁੱਟੇ ਸੀ ਤਾਂ ਜੋ ਇਹ ਡਿੱਗ ਜਾਣ, ਮਸ਼ਾਲਾ ਬੁੱਝ ਜਾਣ, ਹਨੇਰਾ ਹੋ ਜਾਵੇ ਤੇ ਰਸਤਾ ਖਾਲੀ ਹੋ ਜਾਵੇ। ਇਹ ਜੰਗ ਦਾ ਗੁਣ ਆ, ਇਹਨੂੰ ਅਸੀਂ ਕਾਇਰਤਾ ਨਹੀਂ ਕਹਿ ਸਕਦੇ। ਇਹ ਇੱਕ ਜੰਗ ਦਾ ਅਹਿਮ ਗੁਣ ਹੈ ਕਿ ਜਿਹੜਾ ਸਿੱਖਾਂ ਨੂੰ ਅੱਜ ਧਾਰਨ ਕਰਨਾ ਚਾਹੀਦਾ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਨੇ ਵੇਖਿਆ ਵੀ ਇਹ ਬੰਦੇ ਘੋੜਿਆਂ ਤੇ ਚੜ੍ਹ ਕੇ ਕਾਹਲੀ ਨਾਲ ਅੱਗੇ ਵੱਧ ਰਹੇ ਆ, ਇਹਨਾਂ ਨੂੰ ਰੋਕਣ ਦਾ ਇਹ ਢੰਗ ਆ, ਜਾਂ ਤੇ ਇਹਨਾਂ ਦੇ ਘੋੜੇ ਸੁੱਟ ਦਿੱਤੇ ਜਾਣ ਤੇ ਜਾਂ ਫਿਰ ਘੋੜਿਆਂ ਦੇ ਬੈਠੇ ਸਵਾਰ ਸੁੱਟ ਦਿੱਤੇ ਜਾਣ। ਇੱਕ ਕੰਮ ਤੇ ਕਰਨਾ ਪਏਗਾ। ਇਸ ਕਰਕੇ ਗੁਰਸਿੱਖਾਂ ਨੇ ਬਹੁਤ ਸਾਰੀਆਂ ਗੋਲੀਆਂ ਚਲਾਈਆਂ ਨੇ, ਕਈ ਘੋੜੇ ਇਹਨਾਂ ਖਾਲੀ ਕਰ ਦਿੱਤੇ ਤੇ ਦੁਸ਼ਮਣ ਦਲ ਦੇ ਘੋੜੇ ਜਿਹੜੇ ਨੇ ਉਹ ਖਾਲੀ ਕੀ ਭੱਜੇ ਫਿਰਦੇ ਗਏ ਹਨ ਦੀ। ਤੁਰਕਾਨ ਖਾਨੇ ਬਹੁਤ ਸਾਰੇ ਤੁਰਕਾਂ ਨੂੰ ਮਾਰ ਦਿੱਤਾ ਗਿਆ, ਬਹੁਤ ਸਾਰੇ ਤੁਰਕਾਂ ਦੀ ਹੱਤਿਆ ਕਰ ਦਿੱਤੀ ਗਈ ਜੀ। ਇਹ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਦੇ ਤੀਰਾਂ ਨੇ ਇਹਨਾਂ ਦੇ ਪ੍ਰਾਣਾਂ ਦਾ ਖਾਤਮਾ ਕਰ ਦਿੱਤਾ।
ਸਿੱਖਾਂ ਦੀਆਂ ਗੋਲੀਆਂ ਨੇ ਪ੍ਰਾਣ ਹੀ ਖਤਮ ਕਰ ਦਿੱਤੇ ਹਨ। ਇਸ ਦਵੈਰਿਸ ਕੈ ਹੁਣ ਭਾਈ ਸਾਹਿਬ ਦਾ ਪਿਆਰਾ ਪਤਨਗੇ ਸਿੱਖ ਤੇ ਪਹਿਲਾਂ ਹੀ ਰੋਹ ਬਚਾਏ ਸੀ, ਕਿਉਂਕਿ ਸਿੱਖ ਬੜੇ ਸ਼ਹੀਦ ਹੋ ਗਏ ਆ। ਸਿੱਖਾਂ ਦਾ ਕਹਿਰੀ ਹਮਲਾ ਵੇਖ ਕੇ ਬੈਰਮਖਾਂ ਨੂੰ ਫੇਰ ਰੋਹ ਆ ਗਿਆ ਜੀ। ਐਨ ਦੋਨਾਂ ਪਾਸਿਆਂ ਦੇ ਬੰਦੇ ਜਿਹੜੇ ਨੇ ਹੁਣ ਨੱਕਾ ਨੱਕ ਭਰ ਗਿਆ ਵੀਰ ਰਸ ਦੇ ਨਾਲ ਦੀ। ਨਾ ਕਸ ਕੈ ਬਹੁਤ ਸਾਰੀਆਂ ਇੱਕੋ ਵਾਰ ਦੋਨਾਂ ਪਾਸਿਆਂ ਤੋਂ ਬੰਦੂਕਾਂ ਸਿੱਧੀਆਂ ਕੀਤੀਆਂ ਗਈਆਂ। ਬਹੁਤ ਸਾਰੀਆਂ ਬੰਦੂਕਾਂ ਦੋਨਾਂ ਪਾਸਿਆਂ ਤੋਂ ਇਕੱਠੀਆਂ ਹੀ ਸਿੱਧੀਆਂ ਕੀਤੀਆਂ ਗਈਆਂ ਹਨ। ਸਮੁਦਾਇ ਛੁਟੇ ਤੇ ਕਹਿੰਦੇ ਇੱਕ ਦੂਜੇ ਵੱਲ ਇਕੱਠੀਆਂ ਹੀ ਚਲਾ ਦਿੱਤੀਆਂ ਗਈਆਂ। ਇਧਰੋਂ ਸਿੱਖਾਂ ਨੇ ਉਧਰ ਚਲਾਤੀਆਂ, ਉਧਰੋਂ ਤੁਰਕਾਂ ਨੇ ਗੁਰੂ ਕੇ ਸਿੱਖਾਂ ਵਾਲੇ ਪਾਸੇ ਚਲਾ ਦਿੱਤੀਆਂ ਹਨ। ਮੁਖ ਸੂਰਜ ਉਟੇ ਤੇ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਕਵੀ ਜੀ ਕਹਿੰਦੇ ਬਹੁਤ ਸਾਰੇ ਦੁਸ਼ਮਣ ਦੇ ਸਿਪਾਹੀਆਂ ਦੇ ਮੂੰਹ ਹੀ ਡਾ ਕੇ ਰੱਖ ਦਿੱਤੇ। ਕਿਸੇ ਦੇ ਮੂੰਹ ਤੇ ਜਾ ਕੇ ਗੋਲੀ ਵੱਜੀ ਤੇ ਬਰੂਦ ਬਖਸ਼ੇਗਾ ਥੋੜਾ। ਬਹੁਤ ਸਾਰੇ ਦੁਸ਼ਮਣਾਂ ਦੇ ਮੂੰਹ ਡਾ ਕੇ ਰੱਖ ਦਿੱਤੇ ਹਨ। ਮੈਂ ਪਾਸ਼ ਹਟੇ ਪਰ ਭਾਈ ਸਾਹਿਬ ਜੀ ਕਹਿੰਦੇ ਦੋਨਾਂ ਪਾਸਿਆਂ ਦਾ ਕੋਈ ਸੂਰਮਾ ਪਿੱਛੇ ਨਹੀਂ ਝੜਦਾ ਪਿਆ। ਦੋਨਾਂ ਪਾਸਿਆਂ ਦਾ ਕੋਈ ਯੋਧਾ, ਕੋਈ ਸੈਨਾਪਤੀ, ਕੋਈ ਸਿਪਾਹੀ ਪਿੱਛੇ ਖਟਣ ਦਾ ਨਾਂ ਤੱਕ ਨਹੀਂ ਲੈਂਦਾ ਪਿਆ ਜੀ। ਸਥਾਨ ਲਿਟੇ ਬਸ ਜਿੱਥੇ ਅਗਲਾ ਖਲੋਤਾ ਹੈ ਨਾ, ਉਹ ਕਹਿੰਦਾ ਜਾਂ ਤੇ ਮੈਂ ਇਦੋਂ ਅੱਗੇ ਵਧਾਂਗਾ, ਜੀ ਅੱਗੇ ਨਾ ਵਧਿਆ ਤੇ ਮੇਰੀ ਲਾਸ਼ ਇੱਥੇ ਡਿੱਗੇਗੀ, ਪਰ ਪਛਾਣ ਨਹੀਂ ਹਟਣਾ। ਦੁਸ਼ਮਣ ਵੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖ ਵੀ, ਦੋਨਾਂ ਪਾਸਿਆਂ ਵਿੱਚੋਂ ਕੋਈ ਸਿਪਾਹੀ ਵੀ ਪਿੱਛੇ ਹਟਣ ਦਾ ਨਾਂ ਨਹੀਂ ਲੈਂਦਾ ਸਿਰ ਜੀ। ਫੂਟ ਗਏ ਕਵੀ ਜੀ ਦਾ ਪਿਆਰਾ ਪਤਨ ਕੇ ਸਿਰ ਟੁੱਟ ਗਏ। ਸਿਰ ਵਿੱਚ ਗੋਲੀ ਆ ਕੇ ਵੱਜੀ ਤੇ ਕਹਾਣੀ ਖਤਮ। ਭਾਈ ਸਾਹਿਬ ਜੀ ਕਹਿੰਦੇ ਬਹੁਤ ਸਾਰੇ ਸਿਪਾਹੀਆਂ ਦੇ ਉਸ ਜਗ੍ਹਾ ਦੇ ਉੱਪਰ ਸਿਰਾਂ ਦੀ ਹੱਦ ਖਤਮ ਹੋ ਗਿਆ ਕਿ ਕਾਨ ਹੈ ਕਿਉਂਕਿ ਗੁਲਕਾਨ ਹੱਤੇ ਬਹੁਤ ਸਾਰੀਆਂ ਗੋਲੀਆਂ ਚੱਲ ਰਹੀਆਂ ਸਨ, ਜਿਹੜੀਆਂ ਗੋਲੀਆਂ ਸੰਗਤ ਦੇ ਇੱਕ ਦੂਜੇ ਦੀ ਹੱਤਿਆ ਕਰ ਰਹੀਆਂ ਹਨ। ਸਵਈਆ ਸ਼ੀਗਰ ਚਲਾਏ ਕੁਦਾਏ ਤਰੰਗ ਕੋ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖ ਭਾਈ ਮਥੁਰਾ ਜੀ ਨੇ ਵੇਖਿਆ ਵੀ ਇਹ ਜੰਗ ਤਾਂ ਇਦਾਂ ਅੰਤ ਹੋਣ ਵਾਲਾ ਨਹੀਂ। ਉਹਨਾਂ ਜਾਣਿਆ ਵੀ ਇਹਦਾ ਰੁਕਣ ਵਾਲਾ ਨਹੀਂ ਬੈਰ ਮਖਾਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਸਿੱਖ ਭਾਈ ਮਥੁਰਾ ਜਿਹੜਾ ਕਿ ਬੜੀ ਕਾਹਲੀ ਦੇ ਨਾਲ ਆਪਣੇ ਘੋੜੇ ਨੂੰ ਨੇ ਛੇੜਿਆ ਗਿਆ। ਭਾਈ ਮਥੁਰਾ ਸਾਹਿਬ ਜੀ ਨੇ ਬੜੀ ਕਾਹਲੀ ਨਾਲ ਆਪਣੇ ਘੋੜੇ ਨੂੰ ਅੱਗੇ ਤੋਰਿਆ ਗਏ ਜੀ। ਰੋਸ ਭਰਿਓ ਮਥੁਰਾ ਮਨ ਮੈਂ ਭਾਈ ਮਥੁਰਾ ਸਾਹਿਬ ਜੀ ਦਾ ਮਨ ਰੋਹ ਨਾਲ ਭਰਿਆ ਹੋਇਆ ਵਾ, ਵੀਰ ਰਸ ਨਾਲ ਭਰਿਆ ਗਏ ਤੇ ਵੀਰ ਰਸ ਭਾਈ ਮਥੁਰਾ ਸਾਹਿਬ ਜੀ ਦੇ ਗਿਰਦੇ ਦੇ ਵਿੱਚੋਂ ਡੁੱਲ ਡੁੱਲ ਕੇ ਪੈਂਦਾ ਪਿਆ ਕਿ ਜੀ। ਬੈਰ ਮਖਾਨ ਕੇ ਨੇਰ ਟੁਕਿਓ ਹੁਣ ਕਹਿੰਦੇ ਨੇ ਭਾਈ ਮਥੁਰਾ ਜਿਹੜਾ ਹੈ ਨਾ ਐਨ ਬੈਰ ਮਖਾਨ ਦੇ ਹੁਣ ਸਾਹਮਣੇ ਪੂਰਾ ਸਾਹਮਣੇ ਚਲਿਆ ਗਿਆ। ਪਹਿਲਾਂ ਤੇ ਚਲੋ ਪਿੱਛੇ ਥੋੜਾ ਜਿਹਾ ਵਾਰ ਹੋ ਰਿਹਾ ਸੀ, ਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਭਾਈ ਮਥੁਰਾ, ਇਹ ਅਸੀਂ ਕੱਲ ਵੀ ਬੇਨਤੀ ਕੀਤੀ ਪਰਸੋਂ ਵੀ ਸੰਗਤ ਦੀ, ਤੇ ਉਹੀ ਭਾਈ ਮਥੁਰਾ ਕੇ ਜਿੰਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਮਹਾਰਾਜ ਦੀ ਬਾਣੀ ਪੜ੍ਹਦੇ ਆ ਨਾ, ਭਨ ਮਥੁਰਾ ਕਛ ਭੇਦ ਨਗੀ ਗੋਰੇ ਅਰਜਨ ਪਰਤਖ ਹਰ। ਜਿਸ ਭੱਟ ਨੇ ਆਖੇ ਵੀ ਗੁਰੂ ਅਰਜਨ ਦੇਵ ਦੇ ਵਿੱਚ ਤੇ ਰੱਬ ਵਿੱਚ ਕੋਈ ਫਰਕ ਨਹੀਂ, ਉਹ ਸ੍ਰੀ ਗੁਰੂ ਅਰਜਨ ਸਾਹਿਬ ਦੇ ਵੇਲੇ ਬੜਾ ਸ਼ਾਂਤ ਰਿਹਾ, ਕਿਉਂਕਿ ਸ਼ਾਂਤੀ ਦਾ ਸਮਾਂ ਸੀ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਵਕਤ ਆਇਆ ਫਿਰ ਤਲਵਾਰ ਫੜ ਕੇ ਮੈਦਾਨ 'ਤੇ ਆਇਆ ਜੀ। ਵੇਖੋ ਨਾ ਮਹਾਰਾਜ ਨੇ ਗੁਣ ਕੀ ਦਿੱਤੇ ਆ। ਬਾਣੀ ਉਹਨੇ ਪੜ੍ਹੀ ਨਹੀਂ ਕੱਲੀ, ਅਸੀਂ ਤੇ ਕੱਲੀ ਬਾਣੀ ਪੜ੍ਹਦੇ ਆ ਨਾ। ਸੰਗਤ ਦੀ ਐਡਾ ਵੱਡਾ ਬ੍ਰਹਮ ਗਿਆਨੀ ਸਿੱਖ ਸੀ, ਉਹਨੇ ਬਾਣੀ ਉਚਾਰੀ ਵੀ ਹੈ ਤੇ ਉਹਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਜਗ੍ਹਾ ਵੀ ਮਿਲੀ ਆ। ਅਸੀਂ ਪਤਾ ਕੀ ਕਹਿੰਦੇ ਆ, ਬਾਣੀ ਪੜ੍ਹਨ ਵਾਲਾ ਉਹਨੇ ਤਲਵਾਰ ਪਾ ਕੇ ਮੈਦਾਨ 'ਚ ਕੀ ਜਾਣਾ ਚਾਹੀਦਾ, ਨਹੀਂ ਸ਼ਾਂਤ ਆ। ਪਰ ਤੁਸੀਂ ਯਾਦ ਰੱਖੋ ਜਿਨ੍ਹਾਂ ਨੇ ਬਾਣੀ ਉਚਾਰੀ ਆ ਉਹ ਵੀ ਕੁਰਬਾਨ ਪੜ੍ਹ ਕੇ ਮੈਦਾਨ 'ਚ ਗਏ ਆ। ਭਾਈ ਮਥੁਰਾ ਤੇ ਜਿਸ ਮਹਾਂਪੁਰਖ ਦੇ ਸਥਾਨ ਤੇ ਆਪਾਂ ਬੈਠੇ ਹੁੰਦੀ ਤੇ ਗੱਲ ਹੀ ਕੀ ਕਰਨੀ ਆ। ਉਹਨੇ ਬਾਣੀ ਲਿਖੀ ਆ ਕਿ ਨਹੀਂ ਲਿਖੀ, ਦਮਦਮਾ ਸਾਹਿਬ ਬਹਿ ਕੇ 52 ਕਵੀਆਂ ਦੇ ਵਿੱਚੋਂ ਅੱਧੇ ਤੋਂ ਵੱਧ ਕਵੀਆਂ ਦੇ ਗ੍ਰੰਥ ਬਾਬਾ ਦੀਪ ਸਿੰਘ ਨੇ ਲਿਖੇ ਆ, ਜਾਣੀ ਕਿ ਉਹ ਵਿਚਾਰ ਉਹਨਾਂ ਦੀ ਸੀ। ਸਾਡਾ ਇਤਿਹਾਸ ਕਹਿੰਦਾ ਬਾਬਾ ਦੀਪ ਸਿੰਘ ਦੀ ਲਿਖਾਈ ਬੜੀ ਸੁੰਦਰ ਸੀ ਦੀ, ਮੋਤੀ ਪਰੋਈ ਜਾਂਦੇ ਸਨ। ਕੰਜਾਂ ਨੇ ਆਖਿਆ ਵੀ ਦੀਪ ਸਿੰਘ ਆ ਮੇਰਾ ਵੀ ਕੰਮ ਕਰਦੇ, ਜਿਵੇਂ ਆਪਾਂ ਸਕੂਲ 'ਚ ਕਹਿੰਦੇ ਸਾਂ ਦੂਜੇ ਨੂੰ ਮੇਰਾ ਵੀ ਲਿਖਦੇ। ਬਾਬਾ ਜੀ ਉਹ ਵੀ ਸੇਵਾ ਲੁੱਟਦੇ ਰਹੇ। ਦਮਦਮਾ ਸਾਹਿਬ ਬਹਿ ਕੇ ਉਹਨਾਂ ਗੁਟਕੇ ਵੀ ਲਿਖੇ। ਇਹ ਸਾਰੇ ਕਰਮ ਉਹਨਾਂ ਕੀਤੇ। ਬਾਬੇ ਦੀਪ ਸਿੰਘ ਤੋਂ ਵੱਡਾ ਬ੍ਰਹਮ ਗਿਆਨੀ ਕਿੱਧਰ ਲੱਭੇਗਾ ਸਾਨੂੰ। ਪਰ ਜਦੋਂ ਕੌਮ ਨੂੰ ਲੋੜ ਪੈ ਗਈ ਹੱਥ ਵਿੱਚ ਖੰਡਾ ਫੜ ਕੇ ਤੁਰੇ ਕਿ ਨਹੀਂ ਤੁਰਿਆ। ਬਾਬਾ ਭਾਈ ਕਾਹਨ ਸਿੰਘ ਨਾਭੇ ਨੇ ਇੱਥੋਂ ਤੱਕ ਲਿਖਿਆ ਕਿ ਬੰਦਾ ਸਿੰਘ ਬਹਾਦਰ ਦੇ ਨਾਲ ਹੋ ਕੇ, ਚਲੋ ਅਸੀਂ ਤੇ ਇਕੱਲਾ ਸਰਹੰਦ ਦੀ ਜੰਗ ਦੇ ਪੜ੍ਹਦੇ ਆਏ ਹਾਂ,
ਮਹਾਨ ਪੁਰਸ਼ ਦਾ ਕਰਤਾ ਲਿਖਦਾ ਕਿ ਬਾਬਾ ਦੀਪ ਸਿੰਘ ਨੇ ਬੰਦਾ ਸਿੰਘ ਬਹਾਦਰ ਦੇ ਨਾਲ ਹੋ ਕੇ ਅਨੇਕਾਂ ਲੜਾਈਆਂ ਲੜੀਆਂ ਨੇ। ਇਸ ਗੱਲ ਦਾ ਮੇਰੇ ਕੋਲ ਪ੍ਰੂਫ ਹੈ। ਉਹ ਕਹਿੰਦੇ ਨੇ ਅਨੇਕਾਂ ਲੜਾਈਆਂ ਲੜੀਆਂ ਨੇ ਤੇ ਉਹਨਾਂ ਲਿਖਿਆ ਕਿ ਆਖਰ ਇਹ ਧਰਮ ਵੀਰ, ਇੱਕ ਕੱਲਾ ਵੀਰ ਹੁੰਦਾ, ਕੱਲਾ ਯੋਧਾ, ਇੱਕ ਧਰਮੀ ਯੋਧਾ ਹੁੰਦਾ ਵਾ। ਉਹਨਾਂ ਲਿਖਿਆ ਆਖਰ ਇਹ ਧਰਮ ਵੀਰ ਪਰ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸ਼ਹੀਦ ਹੋ ਗਿਆ, ਭਾਈ ਕਾਹਨ ਸਿੰਘ ਨਾਭਾ ਨੇ। ਮੈਂ ਇਹ ਤਾਂ ਬੇਨਤੀ ਕੀਤੀ ਜਿੱਥੇ ਅਸੀਂ ਬਾਣੀ ਪੜ੍ਹਦੇ ਹਾਂ ਨਾ ਉੱਥੇ ਨਾਲ ਸ਼ਸਤਰ ਵੀ ਜ਼ਰੂਰੀ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਿੱਖ ਇਹ ਭਾਈ ਮਥਰਾ ਬੈਰਮ ਖਾਨ ਦੇ ਸਾਹਮਣੇ ਹੋ ਗਿਆ। ਕਵੀ ਜੀ ਕਹਿੰਦੇ ਉਸ ਗੁਰਸਿੱਖ ਦੇ ਗਿਰਦੇ ਦੇ ਵਿੱਚੋਂ ਵੀਰ ਰਸ ਡੁੱਲ ਡੁੱਲ ਕੇ ਪੈਂਦਾ ਪਿਆ। ਕਹੇ ਜੀ ਵਧਿਓ ਰਨ ਮੈਂ, ਉਹਨਾਂ ਨੇ ਅੱਗੇ ਜਾ ਕੇ ਕੀ ਵੇਖਿਆ ਵੀ ਬੈਰਮ ਖਾਨ ਅੱਗੇ ਵਧਿਆ ਰਿਹਾ, ਇਹ ਇਹਨਾਂ ਨਾਲ ਅੱਗੇ ਵੱਧ ਜਾਵੇ ਵੀ ਸਾਡੀ ਟੁਕੜੀ ਨੂੰ ਮਾਰ ਕੁੱਟ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਹੀ ਚਲਿਆ ਜਾਏ। ਭਾਈ ਮਥਰਾ ਜਿਹੜਾ ਕਿ ਉਹ ਬੈਰਮ ਖਾਨ ਦੇ ਕੋਲ ਚਲਿਆ ਗਿਆ। ਭਾਈ ਮਥਰਾ ਸਾਹਿਬ ਜਿਹੜਾ ਕਿ ਉਹ ਬੈਰਮ ਖਾਨ ਦੇ ਅੱਗੇ ਚਲਿਆ ਗਿਆ। ਕਿ ਜੀ ਪੁਕਾਰ ਕਹਿਓ ਲਲਕਾਰ, ਤੇ ਇਕੱਲਾ ਅੱਗੇ ਗਿਆ ਹੀ ਨਹੀਂ, ਸਾਹਮਣੇ ਜਾ ਕੇ ਉਹਨ ਭਾਈ ਮਥਰੇ ਨੇ ਬੈਰਮ ਖਾਨ ਨੂੰ ਲਲਕਾਰਿਆ ਉੱਚੀ ਸਾਰੀ ਆਵਾਜ਼ ਦੇ ਕੇ। ਭਾਈ ਮਥਰਾ ਸਾਹਿਬ ਬੈਰਮ ਖਾਨ ਨੂੰ ਲਲਕਾਰ ਕੇ ਬੜੀ ਉੱਚੀ ਆਵਾਜ਼ ਵਿੱਚ ਕਹਿ ਲਗੇ ਗਨ ਪੜਤੇ ਪ੍ਰਵਿਸਿਓ ਗਨ। ਆਖਣ ਲੱਗੇ ਉਹ ਬੈਰਮ ਖਾਨ ਯਾਦ ਰੱਖ ਤੂੰ ਜਦੋਂ ਦਾ ਇਸ ਰਣ ਖੇਤਰ ਵਿੱਚ ਆਇਆ ਸਾਡੇ ਬਹੁਤ ਜ਼ਿਆਦਾ ਸਿੱਖਾਂ ਨੂੰ ਤੂੰ ਸ਼ਹੀਦ ਕੀਤਾ ਏ। ਬੈਰਮ ਖਾਨ ਸਾਡੇ ਬਹੁਤ ਸਾਰੇ ਸਿੱਖਾਂ ਨੂੰ ਤੂੰ ਇਸ ਫਾਨੀ ਸੰਸਾਰ ਤੋਂ ਅਗਲੇ ਸੰਸਾਰ ਭੇਜ ਦਿੱਤਾ। ਗਏ ਜੀ ਮਿਲਿਓ ਨਹਿ ਕੋ ਅਬਲੋ, ਪਰ ਭਾਈ ਮਥਰਾ ਕਹਿਣ ਲੱਗਾ ਬੈਰਮ ਖਾਨ ਮੈਂ ਤੇਰੇ ਬਾਰੇ ਇਹ ਵੀ ਸੁਣਿਆ ਕਿ ਤੂੰ ਜੰਗਾਂ ਦਾ ਜੇਤੂ ਜਰਨੈਲ ਆ, ਪਰ ਸੱਚ ਗੱਲ ਇਹ ਆ ਵੀ ਤੈਨੂੰ ਅੱਜ ਤੱਕ ਕੋਈ ਸੂਰਮਾ ਅੱਗੋਂ ਟੱਕਰਿਆ ਹੀ ਨਹੀਂ। ਭਾਈ ਬੈਰਮ ਮਥਰਾ ਜੀ ਨੇ ਆਖਿਆ, ਕਹਿੰਦੇ ਬੈਰਮ ਖਾਨ ਸੱਚੀ ਗੱਲ ਆ ਕਿ ਅੱਜ ਤੱਕ ਫਿਰ ਤੈਨੂੰ ਕੋਈ ਚੱਜ ਦਾ ਯੋਧਾ ਅੱਗੋਂ ਮਿਲਿਆ ਕਿ ਨਹੀਂ। ਗਏ ਦੀ ਤਾ ਕਰ ਵੀਰ ਅਯੋਧਨ ਮੈਂ, ਆਖਰ ਲੱਗੇ ਜੇ ਤੈਨੂੰ ਕੋਈ ਸਾਹਮਣੇ ਸੂਰਮਾ ਟੱਕਰਿਆ ਹੁੰਦਾ ਨਾ ਤੇ ਅੱਜ ਤੂੰ ਇੰਨਾ ਹੰਕਾਰੀ ਨਾ ਹੁੰਦਾ। ਜੇ ਕੋਈ ਮੁਕਾਬਲੇ ਦਾ ਤੈਨੂੰ ਮਿਲਿਆ ਹੁੰਦਾ ਤੇ ਤੂੰ ਟਿਕ ਕੇ ਯੁੱਧ ਨਾ ਕਰਦਾ। ਹੁਣ ਤੱਕ ਤੈਨੂੰ ਉਸ ਸੂਰਮੇ ਨੇ ਸਦਾ ਦੀ ਨਹੀਂ ਸਵਾਦ ਦਿੱਤਾ ਹੁੰਦਾ ਜੀ। ਮੋਹੇ ਮੋਹ ਖਰੇ ਅਬ ਹੋ, ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਿੱਖ ਭਾਈ ਮਥਰਾ ਬੈਰਮ ਖਾਨ ਨੂੰ ਕਹਿੰਦਾ ਏ ਸਾਹਮਣੇ ਮੋਗੇ ਖਰੋ ਅਬ ਹੋ ਕਿ ਬੈਰਮ ਖਾਨ ਹੁਣ ਮੇਰੇ ਸਾਹਮਣੇ ਖਲੋ, ਜੰਗਾਂ ਤੇ ਤੂੰ ਬੜੀਆਂ ਜਿੱਤੀਆਂ ਨੇ ਪਰ ਤੈਨੂੰ ਅੱਜ ਦੱਸਦਾ ਵੀ ਅੱਗੋਂ ਸੂਰਮਾ ਕੀ ਹੁੰਦਾ। ਬੈਰਮ ਖਾਨ ਅੱਜ ਤੂੰ ਮੇਰੇ ਬਿਲਕੁਲ ਸਾਹਮਣੇ ਆ ਕੇ ਖਲੋਣਾ ਕਰ ਦੇ। ਤੇ ਨਾਲ ਲਲਕਾਰ ਕੇ ਭਾਈ ਮਥਰਾ ਨੇ ਆਖਿਆ ਬੈਰਮ ਖਾਨ ਜੇ ਸੱਚ ਵਿੱਚ ਜ਼ਿਆਦਾ ਹੈ ਤੇ ਫਿਰ ਹੁਣ ਭੱਜੀ ਨਾ, ਮੈਂ ਤੈਨੂੰ ਵਿਖਾਉਣਾ ਵੀ ਸੂਰਮੇ ਦੇ ਹੱਥ ਕਿੱਦਾਂ ਦੇ ਹੁੰਦੇ। ਇਹ ਮਹਾਰਾਜ ਦੇ ਸਿੱਖਾਂ ਦੀ ਗੱਲ ਆ ਕਿ ਉਸ ਗੁਰਸਿੱਖ ਨੇ ਗੱਲ ਆ ਕਿ ਜਿੰਦੀ ਅਸੀਂ ਬਾਣੀ ਵੀ ਪੜ੍ਹਦੇ ਹਾਂ। ਜੇ ਕਿਸੇ ਸਿੱਖ ਨੇ ਅੱਜ ਅੱਗੋਂ ਮੰਗਾ ਰਿਹਾ ਹੁੰਦਾ ਸੀ ਕਹਿਣਾ ਸੀ ਇਹ ਹੰਕਾਰੀ ਹੋ ਗਏ, ਨਹੀਂ ਖਾਲਸਾ ਦੀ ਜੰਗ ਇੱਦਾਂ ਹੀ ਜਿੱਤੇ ਜਾਂਦੇ। ਭਾਈ ਬੈਰਮ ਖਾਨ ਨੇ ਆਖਿਆ ਮੇਰੇ ਸਾਹਮਣੇ ਖਲੋ ਤੇ ਮੈਂ ਤੈਨੂੰ ਦੱਸਦਾ ਵੀ ਸੂਰਮੇ ਦੇ ਹੱਥਾਂ 'ਚ ਕੀ ਤਾਕਤ ਹੁੰਦੀ ਹੈ। ਘਰ ਵਿੱਚ ਬਹਿ ਕੇ ਤੇ ਤੂੰ ਸੂਰਮਾ ਹੀ ਆ ਨਾ, ਮੇਰੇ ਸਾਹਮਣੇ ਖਲੋ ਮੈਂ ਦੱਸਦਾ ਕਿ ਸੂਰਮ ਗਤੀ ਕੀ ਹੁੰਦੀ। ਗਏ ਜੀ ਸੁਣ ਬੈਰਮ ਖਾਨ ਤੇ ਹੁਣ ਬੈਰਮ ਖਾਨ ਕਿਹੜਾ ਘੱਟ ਸੂਰਮਾ ਸੀ, ਇਹ ਜੰਗਾਂ ਦਾ ਜੇਤੂ ਜਰਨੈਲ। ਉਹ ਜਦੋਂ ਉਹਨੇ ਸੁਣਿਆ ਤੇ ਉਹਦਾ ਹਾਸਾ ਨਿਕਲ ਗਿਆ। ਕਈ ਵਾਰੀ ਕੋਈ ਬੰਦਾ ਦੂਜੇ ਨੂੰ ਗੱਲ ਕਵੇ ਤੇ ਉਹਨੂੰ ਇੰਨਾ ਮਾਣ ਹੁੰਦਾ ਕਿ ਉਹ ਹੱਸ ਪੈਂਦਾ ਵੀ ਇਹਨੇ ਵਿਚਾਰੇ ਕੀ ਕਰਨਾ। ਬੈਰਮ ਖਾਨ ਨੇ ਇਹ ਗੱਲ ਸੁਣੀ ਤੇ ਕਵੀ ਜੀ ਕਹਿੰਦੇ ਇਸ ਗੱਲ ਨੂੰ ਸੁਣਦਿਆਂ ਸਾਰ ਬੈਰਮ ਖਾਨ ਦਾ ਹਾਸਾ ਨਿਕਲ ਗਿਆ। ਗਏ ਜੀ ਜਾਨਤ ਕਿਆ ਹਥਿਆਰ ਨੰਗਾ, ਆਖਣ ਲੱਗਾ ਉਹ ਮਥਰਾ ਤੂੰ ਤੇ ਬਾਣੀ ਲਿਖਣ ਵਾਲਾ ਬੰਦਾ ਹੈ, ਤੂੰ ਤੇ ਗੁਰੂ ਅਰਜਨ ਦੇਵ ਦੇ ਕੋਲ ਬਾਣੀ ਪੜ੍ਹਨ ਵਾਲਾ ਬੰਦਾ, ਤੈਨੂੰ ਕੀ ਪਤਾ ਹਥਿਆਰ ਕਿਵੇਂ ਚਲਾਈਦੇ। ਬੈਰਮ ਖਾਨ ਕਹਿਣ ਲੱਗਾ ਤੈਨੂੰ ਹਥਿਆਰਾਂ ਦਾ ਨਹੀਂ ਪਤਾ ਤੇ ਮਥਰਾ ਜੀ ਹਥਿਆਰਾਂ ਦੀ ਸਿੱਖਿਆ ਦਾ ਵੀ ਨਹੀਂ ਪਤਾ ਜੀ। ਮੈਂ ਜਬ ਲੋਨਾ ਕੁਪਿਓ ਤੁਮ ਪੈ, ਆਖਣ ਲੱਗਾ ਜਿੰਨਾ ਚਿਰ ਮੇਰਾ ਤੇਰੇ ਨਾਲ ਮੁਕਾਬਲਾ ਨਹੀਂ ਹੋਇਆ। ਬੈਰਮ ਖਾਨ ਭਾਈ ਮਥਰਾ ਜੀ ਨੂੰ ਕਹਿੰਦਾ ਕਹਿੰਦਾ ਮਥਰਾ ਜੀ ਜਿੰਨਾ ਚਿਰ ਤੂੰ ਮੇਰੇ ਸਾਹਮਣੇ ਨਹੀਂ ਆਇਆ, ਜਿੰਨਾ ਚਿਰ ਤੇਰਾ ਮੇਰੇ ਨਾਲ ਮੁਕਾਬਲਾ ਨਹੀਂ ਹੋਇਆ ਜੀ। ਆਖਰ ਲੱਗਾ ਠੀਕ ਆ ਉਹਨਾਂ ਚਿਰ ਤੋਂ 2-3 ਬੰਦੇ ਮਾਰ ਦਿੱਤੇ ਹੋਣਗੇ। ਤੇ ਭਾਈ ਮਥਰਾ ਸਾਹਿਬ ਨੇ 2-3 ਥੋੜਾ ਝੜਕਾਏ ਸੀ ਤੇ ਗਿਣਤੀ ਨਹੀਂ ਕੋਈ, ਪਰ ਉਹਨੇ ਇਦਾਂ ਹੀ ਆਖਿਆ ਬੜਾ ਕੰਘਾਰੀ ਸੂਰਮਾ ਸੀ ਕਿ ਮਥਰਾ ਜੀ ਹੋ ਸਕਦਾ ਕਿ ਉਨੇ ਸਮੇਂ ਤੱਕ
ਤੂੰ ਸਾਡੇ 2-3 ਬੰਦਿਆਂ ਦੀ ਹੱਤਿਆ ਕਰ ਦਿੱਤੀ ਹੋਏਗੀ ਦੀ। देखो मार तो सबको ਆਖਣ ਲੱਗਾ ਮੈਂ ਹੁਣ ਤੈਨੂੰ ਸਾਰਿਆਂ ਦੇ ਵੇਖਦਿਆਂ ਵੇਖਦਿਆਂ ਖਤਮ ਕਰਾਂਗਾ। ਬੈਰਮ ਖਾਂ ਕਹਿਣ ਲੱਗਾ ਕਿ ਮਤਰਾ ਦੀ ਸਾਰਿਆਂ ਦੇ ਵੇਖਦਿਆਂ ਵੇਖਦਿਆਂ ਇਸ ਜਗ੍ਹਾ ਤੇ ਤੇਰੀ ਹੱਤਿਆ ਕਰਕੇ ਰੱਖ ਦਵਾਂਗਾ ਦੀ। करहों गो रुंड कटोगन माथा ਉਹਨੇ ਆਖਿਆ ਕਰ ਗੋ ਬਹੁ ਰੁੰਡ ਕਟੋ ਗਨ ਮਾਥਾ। ਰੁੰਡ ਦਾ ਅਰਥ ਹੁੰਦਾ ਧੜ, ਤੇ ਇਥੇ ਮਾਥਾ ਦਾ ਅਰਥ ਸਿਰ ਲੈਣਾ ਹੈ। ਆਖਣ ਲੱਗਾ ਮਾਥਾ ਜੀ ਤੇਰੇ ਧੜ ਦੇ ਨਾਲੋਂ ਤੇਰਾ ਸਿਰ ਵੱਢ ਦੇਣਾ ਮੈਂ। ਭਾਈ ਮਥਰਾ ਜੀ ਨੂੰ ਬੈਰਮ ਖਾਨ ਨੇ ਆਖਿਆ। ਆਖਣ ਲੱਗਾ ਕਿ ਮਥਰਾ ਤੇਰਾ ਸਿਰ ਤੇਰੇ ਧੜ ਦੇ ਨਾਲੋਂ ਵੱਖਰਾ ਕਰ ਦੇਣਾ ਕਹਿੰਦੀ। बोलत बैरम खान करो ਤੇ ਕਹਿੰਦੇ ਬੈਰਮ ਖਾਨ ਖਲੋਤਾ ਹੋਇਆ ਭਾਈ ਸਾਹਿਬ ਭਾਈ ਮਤਰਾ ਸਾਹਿਬ ਜੀ ਦੇ ਸਾਹਮਣੇ ਇਦਾਂ ਬੋਲੀ ਜਾ ਰਿਹਾ ਸੀ, ਮਾਣ ਨਾਲ, ਹੰਕਾਰ ਨਾਲ। ਬਹੁਤ ਸਾਰੀਆਂ ਗੱਲਾਂ ਭਾਈ ਮਤਰਾ ਜੀ ਨੂੰ ਸੰਬੋਧਨ ਹੋ ਕੇ ਬੋਲੀ ਜਾ ਰਿਹਾ ਕਿ ਜੀ कमजोर तपन को घोर ਤੇ ਸ੍ਰੀ ਗੁਰੂ प्रहारी ਹਰਗੋਬਿੰਦ ਸਾਹਿਬ ਜੀ ਦੇ ਯੋਧੇ ਜਿਹੜੇ ਐਨ ਸਿੱਖੀ ਹੋਏ ਸਨ। ਮਹਾਰਾਜ ਨੇ ਪੀਰੀ ਨਾਲ ਮੀਰੀ ਐਵੇਂ ਨਹੀਂ ਪਾਈ, ਧਰਮ ਨਾਲ ਰਾਜਨੀਤੀ ਲਾਹ ਕੇ ਚਲਾਈ ਆ। ਉਹ ਅਜੇ ਗੱਲਾਂ ਹੀ ਕਰਦਾ ਪਿਆ ਸੀ, ਇੱਧਰੋਂ ਭਾਈ ਮਤਰੇ ਨੇ ਬੰਦੂਕ ਚਲਾਤੀ ਆ। ਉਹਨੇ ਆਖਿਆ ਤੂੰ ਗੱਲਾਂ ਕਰ ਤੇ ਫਿਰ ਵਾਰ ਆਏ। ਜੰਗ ਵਿੱਚ ਬਹੁਤੀਆਂ ਗੱਲਾਂ ਦਾ ਵਕਤ ਥੋੜਾ ਹੁੰਦਾ ਹੈ। ਅਸੀਂ ਅੱਗੇ ਵੀ ਕਹਿੰਦੇ ਰਹੇ ਸੰਗਤ ਦੀ ਲੜਾਈ ਤੇ 2.5 ਫੱਟਾਂ ਦੀ ਹੁੰਦੀ, ਜਿਹਨੇ ਪਹਿਲਾਂ ਮਾਰ ਲਈਆਂ ਉਹ ਜਿੱਤ ਗਏ। ਜੇ ਆਪਾਂ ਵੇਟ ਕਰਦੇ ਰਹੀਏ ਵੀ ਅਗਲੇ ਨਾਲ ਗੱਲ ਕਰ ਲਓ ਜੀ, ਆਓ ਕਰ ਲਓ, ਉਹਨੇ ਚਨੂੰ ਤੇ ਅਗਲਾ ਸਿਰ ਚੜ੍ਹ ਜਾਂਦਾ। ਭਾਈ ਸਾਹਿਬ ਨੇ ਬਤਨ ਆਖਿਆ ਕਿ ਹੋਇਆ ਇਦਾਂ ਤਬ ਜੋਰ ਤਫੰਗ ਘੋਰ ਪਰਖਾਰੀ। ਭਾਈ ਸਾਹਿਬ ਭਾਈ ਮਤਰਾ ਸਾਹਿਬ ਜੀ ਨੇ ਉਸੇ ਵੇਲੇ ਬੈਰਮ ਖਾਨ ਅਜੇ ਗੱਲਾਂ ਕਰਦਾ ਕਿ ਉਹਨਾਂ ਆਪਣੀ ਬੰਦੂਕ ਦਾ ਘੋੜਾ ਦੱਬ ਦਿੱਤਾ ਗਏ क्यों ਜੀ। कड़की जन गाज परी ਇਹ ਕਵੀ ਜੀ ਦਾ ਪਿਆਰਾ ਬਚਨ ਕਿ ਭਾਈ ਸਾਹਿਬ ਭਾਈ ਮਥਰਾ ਜੀ ਦੀ ਬੰਦੂਕ ਇਦਾਂ ਕੜਕੀ ਜਿਵੇਂ ਅਸਮਾਨ 'ਚ ਬਿਜਲੀ ਕੜਕਦੀ ਹੈ, ਜਿਵੇਂ ਅਸਮਾਨ 'ਤੇ ਬਿਜਲੀ ਕੜਕਦੀ ਹੈ। ਇਸ ਢੰਗ ਦੇ ਨਾਲ ਭਾਈ ਮਥਰਾ ਜੀ ਦੀ ਬੰਦੂਕ ਕੜਕੀ ਗਏ ਦੀ। लमकानत रंग कदाए ਹੁਣ अगारी ਭਾਈ ਸਾਹਿਬ ਦਾ ਅਗਲਾ ਪਿਆਰਾ ਬਚਨ ਕਿ ਕਹਿੰਦੇ ਜਦੋਂ ਬੈਰਮ ਖਾਨ ਨੂੰ ਪਤਾ ਲੱਗਾ ਨਾ ਵੀ ਗੋਲੀ ਆ ਗਈ, ਉਹਨੂੰ ਪਤਾ ਲੱਗ ਗਿਆ ਹੁਣ ਹੋਰ ਕੋਈ ਬਚਾ ਨਹੀਂ, ਉਹਨੇ ਇੱਕਦਮ ਆਪਣਾ ਘੋੜਾ ਸੀਖ ਪਾਉ ਕਰ ਦਿੱਤਾ। ਇਹ ਬੜਾ ਅਹਿਮ ਗੁਣ, ਸੀਖ ਪਾਉ ਕਰਨਾ। ਘੋੜੇ ਦੀ ਲਗਾਮ ਇਹਨੇ ਜ਼ੋਰ ਨਾਲ ਇੱਕਦਮ ਤਾਂ ਖਿੱਚਦੇ ਨੇ ਵੀ ਘੋੜਾ ਅਗਲੇ ਪੈਰ ਚੁੱਕਿਆ ਸਿੱਧਾ ਖੜਾ ਹੋ ਜਾਏ, ਸਿੱਧਾ ਖੜਾ ਹੋ ਜਾਏ। ਇਹਨੂੰ ਕਹਿੰਦੇ ਆ ਸੀਖ ਪਾਉ। ਘੋੜਾ ਸੀਖ ਪਾਉ ਹੋ ਗਿਆ, ਸੀਖ ਵਰਗਾ ਸਿੱਧਾ ਆ ਗਿਆ ਤੇ ਸਿਰਫ ਮਗਰਲੇ ਪੈਰਾਂ ਤੇ ਭਾਰ ਪਾਏ, ਅਗਲੇ ਪੈਰ ਮੁਕੰਮਲ ਤਾਂ ਚੁੱਕ ਲਏ। ਬੈਰਮ ਖਾਨ ਨੇ ਵੇਖਿਆ ਹੁਣ ਕੋਈ ਚਾਰਾ ਨਹੀਂ, ਨਾ ਤੇ ਮੈਂ ਭੱਜ ਸਕਦਾ ਤੇ ਸੰਗਤ ਦੀ ਜੰਗ ਦੇ ਵਿੱਚ ਅੱਧੀ ਸੈਕਿੰਡ ਤੋਂ ਪਹਿਲਾਂ ਜਿਹੜਾ ਫੈਸਲਾ ਲੈ ਗਿਆ ਉਹ ਜਿੱਤਦਾ ਹੁੰਦਾ। ਬੈਰਮ ਖਾਨ ਨੂੰ ਕੋਈ ਚਾਰਾ ਨਾ ਲੱਗਾ, ਉਹਨੇ ਜ਼ੋਰ ਨਾਲ ਘੋੜੇ ਦੀ ਲਗਾਮ ਕੀਤੀ ਤੇ ਘੋੜੇ ਨੇ ਅਗਲੇ ਪੈਰ ਤਾਂ ਚੁੱਕ ਦਿੱਤੇ। ਭਾਈ ਸਾਹਿਬ ਜੀ ਦਾ ਪਿਆਰਾ ਬਚਨ ਕਿ ਉਹਦਾ ਘੋੜਾ ਸੀਖ ਪਾਉ ਹੋ ਗਿਆ ਕਿ ਜੀ। आप गयो बच बाहन के ਹੁਣ लग ਬੜੀ ਇਕਾਗਰਤਾ ਨਾਲ ਸਮਝਣਾ। ਕਵੀ ਭਾਈ ਸੰਤੋਖ ਸਿੰਘ ਨੇ ਜੋ ਸਾਹਿਤ ਲਿਖਿਆ ਨਾ ਇਤਿਹਾਸ, ਬੜੇ ਲੋਕਾਂ ਨੇ ਇਹਨੂੰ ਇਦਾਂ ਉਦਾਂ ਕਿਹਾ, ਪਰ ਜਿਹੜੀਆਂ ਬਰੀਕੀਆਂ ਕਵੀ ਜੀ ਨੇ ਲਿਖੀਆਂ ਕੋਈ ਬੰਦਾ ਕੀ ਲਿਖੇਗਾ। ਕਵੀ ਜੀ ਕਹਿੰਦੇ ਜਦੋਂ ਐਨ ਘੋੜਾ ਸਿੱਧਾ ਖੜਾ ਹੋ ਗਿਆ ਨਾ, ਅਗਲੇ ਪੈਰ ਤਾਂ ਚੁੱਕੇ, ਖਜ਼ਾ ਗੋਲੀ ਜਾ ਕੇ ਵੱਜਣੀ ਸੀ ਬੈਰਮ ਖਾਨ ਦੇ, ਤੇ ਬੈਰਮ ਖਾਨ ਘੋੜੇ ਦੇ ਉੱਲੇ ਹੋ ਗਿਆ, ਘੋੜਾ ਤਾਂ ਜੋ ਉੱਠ ਗਿਆ। ਇਸ ਕਰਕੇ ਭਾਈ ਸਾਹਿਬ ਦਾ ਪਿਆਰਾ ਬਚਨ ਕੇ ਕਹਿੰਦੇ ਨੇ ਘੋੜਾ ਜਿਹੜਾ ਕਿ ਉਹ ਤਾਂ ਚੁੱਕਿਆ ਗਿਆ ਸੀ, ਆਪ ਬੈਰਮ ਖਾਨ ਵੱਜ ਗਿਆ ਤੇ ਇਹ ਗੋਲੀ ਜਿਹੜੀ ਆ ਨਾ ਉਹ ਘੋੜੇ ਦੀ ਪਿਛਲੀ ਲੱਤ 'ਤੇ ਜਾ ਕੇ ਵੱਜ ਗਈ, ਕਿਉਂਕਿ ਅਗਲੀਆਂ ਲੱਤਾਂ ਤੇ ਉਹਨੇ ਤਾਂ ਚੁੱਕੀਆਂ ਹੋਈਆਂ, ਪਿਛਲੀਆਂ ਧਰਤੀ ਤੇ ਲੱਗੀਆਂ ਨੇ। ਇਸ ਕਰਕੇ ਭਾਈ ਮਥਰਾ ਜੀ ਦੀ ਚੱਲੀ ਕੋਈ ਗੋਲੀ ਘੋੜੇ ਦੀ ਮਗਰਲੀ ਲੱਤ 'ਚ ਜਾ ਕੇ ਵੱਜ ਗਈ ਕਿ ਜੀ। टूट गई ते टांग ਤੇ ਭਾਈ पछाड़ी ਸਾਹਿਬ ਜੀ ਕਹਿੰਦੇ ਉਸ ਗੋਲੀ ਨੇ ਘੋੜੇ ਦੀ ਲੱਤ ਤੋੜ ਦਿੱਤੀ। ਭਾਈ ਸਾਹਿਬ ਦੀ ਗੋਲੀ ਨੇ ਬੈਰਮ ਖਾਨ ਦੇ ਘੋੜੇ ਦੇ ਪਿਛਲੀ ਟੰਗ ਤੋੜ ਦਿੱਤੀ ਆ, ਉਹਦੀ ਲੱਤ ਤੋੜ ਦਿੱਤੀ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਨਾ ਟੰਗ ਸ਼ਬਦ ਵਰਤਿਆ ਆਪਣੀਆਂ ਵਾਰਾਂ 'ਚ। ਜਦੋਂ ਗੁਰੂ ਨਾਨਕ ਮਹਾਰਾਜ ਜੀ ਮੱਕੇ ਗਏ ਤੇ ਆਪਾਂ ਕਹਿੰਦੇ ਆ ਕਿ ਬਾਬਾ ਜੀ ਦੇ ਚਰਨ ਫੜ ਕੇ ਉਹਨਾਂ ਇੱਧਰ ਕੀਤੇ। ਭਾਈ ਗੁਰਦਾਸ ਨੇ ਕਿਹਾ ਉਹਨਾਂ ਨੇ ਟੰਗੋਂ ਪਕੜ ਘਸੀਟਿਆ, ਫਿਰ ਆ ਮੱਕਾ ਕਲਾ ਦਿਖਾਰੀ। ਭਾਈ ਸਾਹਿਬ ਜੀ ਕਹਿੰਦੇ ਨੇ ਭਾਈ ਸਾਹਿਬ ਭਾਈ ਮਥਰਾ ਜੀ ਦੇ ਚੱਲੀ ਗੋਲੀ ਨੇ ਬੈਰਮ ਖਾਨ ਦੇ ਘੋੜੇ ਦੀ ਪਿਛਲੀ ਲੱਤ ਤੋੜ ਦਿੱਤੀ ਗਏ ਜੀ। दूर नहीं अबिन्नी गिरगा ਹੁਣ ਭਾਈ ਸਾਹਿਬ ਦਾ ਪਿਆਰਾ ਬਚਨ ਕਿ ਤੂਰ ਨਹੀਂ ਅਵਨੀ ਗਿਰਗਾ। ਅਵਨੀ ਦਾ ਭਾਵ ਕਿ ਧਰਤੀ। ਸੁਖਮਨੀ ਸਾਹਿਬ ਵਿੱਚ ਪਾਠ ਇੱਕ ਆਉਂਦਾ ਬਸੁਦਾ, ਉਹਨੂੰ ਬਸੁਦਾ ਨਹੀਂ ਕਹਿਣਾ। ਬਸੁਦਾ ਦਾ ਅਰਥ ਹੁੰਦਾ ਜਿਹਨੂੰ ਸੁੱਧ ਕੋਈ ਨਾ ਹੋਵੇ, ਅਕਲ ਕੋਈ ਨਾ ਹੋਵੇ, ਉਹਨੂੰ ਬਸੁਦਾ ਨਹੀਂ ਕਹਿਣਾ। ਬਸੁਦਾ, ਬਸੁਦਾ ਦਾ ਅਰਥ ਹੁੰਦਾ ਧਰਤੀ। ਇੱਥੇ ਕਵੀ ਜੀ ਨੇ ਸ਼ਬਦ ਵਰਤਿਆ ਅਵਨੀ। ਅਵਨੀ ਵੀ ਧਰਤੀ ਨੂੰ ਕਹਿੰਦੇ।
ਭਾਈ ਜੀ ਕਹਿੰਦੇ ਨੇ ਤੂਰਨ ਕੀ ਅਮਨੀ ਗਿਰਗਾ, ਜਦੋਂ ਘੋੜੇ ਦੀ ਲੱਤ ਟੁੱਟ ਗਈ ਤੇ ਘੋੜਾ ਉਸੇ ਵੇਲੇ ਧਰਤੀ ਤੇ ਡਿੱਗ ਪਿਆ। ਉਸੇ ਵੇਲੇ ਘੋੜਾ ਜਿਹੜਾ ਕਿ ਧਰਤੀ ਤੇ ਡਿੱਗ ਪਿਆ ਗਏ ਜੀ, ਤੀਨ ਤੇ ਨਾਹਿਨ ਚਾਲ ਕਿਉਂਕਿ ਹੁਣ ਘੋੜਾ ਨਾ ਤੇ ਤਿੰਨਾਂ ਪੈਰਾਂ ਤੇ ਖਲੋ ਸਕਦਾ ਸੀ ਨਾ ਤੁਰ ਸਕਦਾ ਸੀ। ਉਦਾਂ ਵੈਸੇ ਘੋੜਾ ਤਿੰਨਾਂ ਪੈਰਾਂ ਤੇ ਖੜ ਜਾਂਦਾ ਹੈ। ਤੁਸੀਂ ਕਦੀ ਵੇਖਿਆ ਹੋਣਾ ਵੀ ਘੋੜਾ ਤਿੰਨਾਂ ਪੈਰਾਂ ਤੇ, ਜਿਹੜਾ ਚੰਗਾ ਤੰਦਰੁਸਤ ਘੋੜਾ ਉਹ ਖਲੋਤਾ ਹੀ ਸੌਂ ਲੈਂਦਾ ਹੈ ਜੀ, ਬਹਿੰਦਾ ਨਹੀਂ, ਬੜਾ ਘੱਟ ਪੈਂਦਾ, ਕਿਤੇ ਮਾੜੀ ਮੋਟੀ ਕੰਡ ਲੈ ਤੇ ਗੱਲ ਵੱਖਰੀ ਹੈ। ਤੇ ਪਰ ਜਦੋਂ ਸੱਟ ਲੱਗ ਗਈ ਹੁਣ ਉਹ ਵਿਚਾਰਾ ਖਲੋ ਨਹੀਂ ਸੀ ਸਕਦਾ, ਦਰਦ ਅੱਧੋ ਵੱਧ ਹੁੰਦੀ ਹੋਏਗੀ। ਇਸ ਕਰਕੇ ਕਵੀ ਜੀ ਕਹਿੰਦੇ ਨਾ ਤਿੰਨਾਂ ਪੈਰਾਂ ਤੇ ਖਲੋ ਸਕਦਾ ਕਿ ਨਾ ਤੁਰ ਸਕਦਾ ਕਿ, ਇਸ ਕਰਕੇ ਘੋੜਾ ਧਰਤੀ ਤੇ ਡਿੱਗ ਪਿਆ ਕਿ ਜੀ। ਬੈਰ ਮਖਾਨ ਕਰੋ ਧਰਨੇ ਹੁਣ ਪਰ, ਘੋੜਾ ਤੇ ਧਰਤੀ ਤੇ ਡਿੱਗ ਪਿਆ ਤੇ ਬੈਰ ਮਖਾਨ ਘੋੜੇ ਉਹਦੇ ਕੋਲ ਰਹਿ ਹੀ ਨਹੀਂ ਗਿਆ। ਬੈਰ ਮਖਾਨ ਜਿਹੜਾ ਕਿ ਉਹ ਧਰਤੀ ਤੇ ਆ ਕੇ ਖੜ ਗਿਆ ਕਿ ਜੀ। ਦਾਨ ਕਿਰਪਾਨ ਕੋ ਹੱਥ ਉਸ ਸੰਭਾਲੇ, ਬੰਦੇ ਨੇ ਆਪਣੇ ਹੱਥ ਦੇ ਵਿੱਚ ਇੱਕ ਪਾਸੇ ਢਾਲ ਫੜੀ ਆ ਤੇ ਇੱਕ ਪਾਸੇ ਕਿਰਪਾਨ ਫੜੀ ਆ। ਭਾਈ ਸਾਹਿਬ ਜੀ ਕਹਿੰਦੇ ਨੇ ਉਹਨੇ ਢਾਲ ਤੇ ਕਿਰਪਾਨ ਫੜੀ ਹੋਈ ਗਏ ਜੀ। ਹੋਏ ਸ਼ਿਆਰ ਪਹਾੜ ਨਲਾ, ਹੁਣ ਭਾਈ ਸਾਹਿਬ ਦਾ ਪਿਆਰਾ ਬਚਨਗੇ ਵੀ ਜਦੋਂ ਉਹਦੇ ਕੋਲੋਂ ਘੋੜਾ ਮਰ ਗਿਆ ਨਾ ਤੇ ਬੜੀ ਖੁਸ਼ਿਆਰੀ ਨਾਲ ਹੁਣ ਫੇਰ ਬੈਰ ਮਖਾਨ ਵਾਰ ਕਰਨ ਲੱਗ ਪਿਆ। ਬੈਰ ਮਖਾਨ ਬੜੀ ਚੁਸਤੀ ਨਾਲ ਫੇਰ ਵਾਰ ਕਰਨ ਲੱਗ ਪਿਆ ਗਏ ਜੀ। ਗਨ ਅੰਗ ਧਰਾ ਪਰ ਡਾਰੇ, ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੂਰਮੇ ਸੀ ਅੱਗੇ। ਬੈਰ ਮਖਾਨ ਨੇ 3-4 ਸੂਰਮਿਆਂ ਦੇ ਜਾ ਕੇ ਫੇਰ ਅੰਗ ਵੱਢ ਦਿੱਤੇ ਤੇ ਧਰਤੀ ਤੇ ਸੁੱਟ ਦਿੱਤੇ। 3-4 ਸਿੱਖਾਂ ਨੂੰ ਫੇਰ ਸ਼ਹੀਦ ਕਰ ਦਿੱਤਾ ਗਏ ਜੀ। ਸੂਰਨ ਕੇ ਅਰ ਸੂਰਨ ਕੇ, ਹੁਣ ਭਾਈ ਸਾਹਿਬ ਜੀ ਕਹਿੰਦੇ ਏਡਾ ਵੱਡਾ ਸੀ ਬੈਰ ਮਖਾਨ ਵੀ ਸੂਰਮਾ ਜੀ ਦੇ ਸਾਹਮਣੇ ਘੋੜਾ ਆਇਆ ਤੇ ਜਾਂ ਸੂਰਮਾ ਆ ਗਿਆ। ਜੇ ਬੈਰ ਮਖਾਨ ਦੇ ਸਾਹਮਣੇ ਘੋੜਾ ਆ ਗਿਆ ਕਿ ਤੇ ਭਾਵੇਂ ਬੰਦਾ ਆ ਗਿਆ ਗਏ ਜੀ। ਅਸਮਾਰਤ ਆਪ ਬਚਾਵਨ ਕਵੀ ਜੀ ਕਹਿੰਦੇ ਇਹ ਘੋੜਾ ਸਾਹਮਣੇ ਆ ਗਿਆ ਤੇ ਉਹਨੂੰ ਜ਼ਖਮੀ ਕਰ ਦਿੰਦਾ, ਬੰਦਾ ਆ ਗਿਆ ਤੇ ਉਹਨੂੰ ਜ਼ਖਮੀ ਕਰ ਦਿੰਦਾ, ਪਰ ਆਪਣਾ ਬਚਾਅ ਕਰੀ ਜਾਂਦਾ। ਬੈਰ ਮਖਾਨ ਆਪਣਾ ਬਚਾਅ ਕਰੀ ਜਾਂਦਾ ਗਏ ਜੀ। ਗਿਰੇ ਪਟ ਨਾਹੀ ਸੰਭਾਲ, ਭਾਈ ਸੰਤੋਖ ਸਿੰਘ ਨੇ ਪਿਆਰਾ ਬਚਨ ਲਿਖਿਆ, ਕਹਿਣ ਲੱਗੇ ਕਿੰਨੇ ਕੋ ਧਰਤੀ ਤੇ ਸੂਰਮੇ ਉੱਥੇ ਡਿੱਗੇ ਹੋਏ ਹਰਗੋਬਿੰਦਪੁਰੇ ਦੀ ਜੰਗ ਵਿੱਚ, ਕੋਈ ਗਿਣਤੀ ਨਹੀਂ ਕਰ ਸਕਦਾ ਇਹਨਾਂ ਦੀ। ਕਵੀ ਜੀ ਨੇ ਆਖਿਆ ਉਹਨਾਂ ਨੂੰ ਸੰਭਾਲਣ ਵਾਲਾ ਵੀ ਉਸ ਜਗ੍ਹਾ ਤੇ ਕੋਈ ਨਹੀਂ ਲੱਭਦਾ ਜੀ। ਤੱਕ ਆਏ ਪਰ ਲਲਕਾਰ, ਤੇ ਬਹੁਤ ਸਾਰੇ ਸੂਰਮੇ ਜਿਹੜੇ ਨੇ ਇੱਕ ਦੂਜੇ ਨੂੰ ਲਲਕਾਰ ਕੇ ਇੱਕ ਦੂਜੇ ਤੇ ਵਾਰ ਕਰਦੇ ਪਏ ਸਨ ਜੀ। ਗੁਰੂ ਕੇ ਪਟ ਮਾਰਨ ਕੇ, ਹੁਣ ਕਹਿੰਦੇ ਸ੍ਰੀ ਗੁਰੂ ਕੇ ਪਟ ਮਾਰਨ ਕੇ ਤੇ ਸ੍ਰੀ ਗੁਰੂ ਜੀ ਦੇ ਸੂਰਮਿਆਂ ਨੇ ਬੈਰ ਮਖਾਨ ਨੂੰ ਮਾਰਨ ਵਾਸਤੇ ਮਹਾਰਾਜ ਜੀ ਦੇ ਸਿੱਖਾਂ ਨੇ ਸੋਚਿਆ ਵੀ ਬੈਰ ਮਖਾਨ ਨੂੰ ਝੜਕਾਓ ਨੇ, ਇਹ ਵੀ ਬੜਾ ਬੜੇ ਚੜਦਾੜੇ ਹੈ। ਸਾਹਿਬਾਂ ਦੇ ਸਿੱਖਾਂ ਨੇ ਬੈਰ ਮਖਾਨ ਦੀ ਹੱਤਿਆ ਕਰਨ ਵਾਸਤੇ ਜੀ ਬੈਰ ਮਖਾਨ ਕੋ ਘੇਰ ਲਿਓ। ਜਿਵੇਂ ਨਾ ਭਾਈ ਜੱਟੂ ਨੂੰ ਪਹਿਲਾਂ ਘੇਰ ਕੇ ਸ਼ਹੀਦ ਕੀਤਾ ਸੀ ਨਾ, ਹੁਣ ਸਿੱਖਾਂ ਨੇ ਉਦਾਂ ਹੀ ਬੈਰ ਮਖਾਨ ਨੂੰ ਘੇਰਿਆ। ਉਹਨਾਂ ਪਹਿਲਾਂ ਭਾਈ ਜੱਟੂ ਨੂੰ ਸ਼ਹੀਦ ਕੀਤਾ ਸੀ ਘੇਰ ਕੇ। ਯਾਦ ਰੱਖੋ ਗੁਰੂ ਬਾਬੇ ਦੇ ਘਰ ਵਿੱਚ ਜੈਸੇ ਕੋ ਤੈਸਾ। ਬਾਣੀ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਨੇ ਆਖਿਆ ਇਹ ਕਰ ਕਾਰੇ ਸਵੈ ਕਰ ਪਾਏ, ਜੇ ਸੱਜੇ ਹੱਥ ਨੇ ਕੋ ਕਰਮ ਕੀਤਾ ਤੇ ਫਲ ਸੱਜੇ ਨੂੰ ਜ਼ਰੂਰ ਮਿਲੇਗਾ, ਇਹ ਨਹੀਂ ਵੀ ਨਹੀਂ ਮਿਲੇਗਾ। ਤੇ ਜਿਹਨੇ ਸਾਹਮਣੇ ਸਾਡਾ ਇੱਕ ਸਿੱਖ ਭਰਾ ਘੇਰ ਕੇ ਮਾਰਿਆ ਵੀ ਉਹ ਕਿੱਦਾਂ ਬਚੇ ਹੁਣ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਨੇ ਬੈਰ ਮਖਾਨ ਨੂੰ ਘੇਰਾ ਪਾ ਲਿਆ ਕਿ ਜੀ ਆਏ ਪ੍ਰਹਾਰ ਨਹੀਂ ਕਿਸਤੇ। ਹੁਣ ਕਹਿੰਦੇ ਖਾਜੇ ਇਹਦੇ ਸਰੀਰ ਵਿੱਚ ਚੁਸਤੀ ਤੇ ਫੁਰਤੀ ਆ, ਕੋਈ ਇਹਦੇ ਜ਼ਖਮ ਨਹੀਂ ਲੱਗਾ। ਸਿੱਖਾਂ ਨੇ ਘੇਰਾ ਪਾ ਲਿਆ ਪਰ ਇਹ ਆਪਣੇ ਸਰੀਰ ਤੇ ਵਾਰ ਨਹੀਂ ਲੱਗਣ ਦਿੰਦਾ ਪਿਆ। ਬੈਰ ਮਖਾਨ ਜਿਹੜਾ ਕਿ ਆਪਣੇ ਸਰੀਰ ਤੇ ਵਾਰ ਨਹੀਂ ਖਾਂਦਾ ਪਿਆ ਜੀ। ਗਰਿੰਦ ਅਪਾਏ ਨਾ ਘਾਏ ਕਹਿਓ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਨੇ ਯਤਨ ਤੇ ਕੀਤੇ ਪਰ ਕਵੀ ਜੀ ਕਹਿੰਦੇ ਨਾ ਘਾਏ ਖਾਇਓ, ਇਹਨੇ ਜ਼ਖਮ ਵੀ ਨਹੀਂ ਖਾਦਾ ਸਰੀਰ ਨੂੰ। ਜਦੋਂ ਅਸੀਂ ਇਦਾਂ ਦਾ ਇਤਿਹਾਸ ਪੜ੍ਹਦੇ ਹਾਂ ਸਾਡਾ ਸੁਭਾਅ ਆ ਵੀ ਦੁਸ਼ਮਣ ਦੇ ਗੁਣ ਨੂੰ ਵੀ ਲੁਕੋ ਕੇ ਨਹੀਂ ਰੱਖਣਾ, ਚੰਗੀ ਗੱਲ ਹੈ। ਐਉਂ ਲੱਗਦਾ ਹੈ ਵੀ ਅਸੀਂ ਕਹਿ ਦਿੱਤਾ ਗੁਰੂ ਜੀ ਨੇ ਜੰਗਾਂ ਜਿੱਤੀਆਂ, ਪਰ ਜੰਗਾਂ ਐਵੇਂ ਨਹੀਂ ਜਿੱਤੀਆਂ ਗਈਆਂ, ਨਾ ਕਰਾਮਾਤ ਨਾਲ ਜਿੱਤੀਆਂ ਗਈਆਂ। ਬੜੇ ਬੜੇ ਯੋਧੇ ਖਿਲਾਰੀ ਮਹਾਰਾਜ ਨੇ ਪਤਾ ਨਹੀਂ ਕਿੰਨੀ ਕੋ ਖੁਰਾਕ ਖਵਾਈ ਹੋਏਗੀ ਤੇ ਕਿੰਨੀ ਕੋ ਵਰਦਿਸ਼ ਕਰਾਈ ਹੋਏਗੀ, ਕਿੰਨੇ ਕੋ ਮਹਿੰਗੇ ਸ਼ਸਤਰ ਸਿੱਖਾਂ ਨੂੰ ਦਿੱਤੇ ਹੋਣਗੇ, ਫਿਰ ਜਾ ਕੇ ਜੰਗਾਂ ਜਿੱਤੀਆਂ ਗਈਆਂ। ਇਹਨਾਂ ਯਤਨ ਕੀਤਾ ਪਰ ਬੈਰ ਮਖਾਨ ਏਡਾ ਯੋਧਾ ਆ ਗਿਆ ਉਹ ਜ਼ਖਮ ਵੀ ਨਹੀਂ ਲੱਗਣ ਦਿੰਦਾ ਪਿਆ, ਸਰੀਰ ਤੇ ਜ਼ਖਮ ਵੀ ਨਹੀਂ ਲੱਗਦਾ ਪਿਆ ਜੀ। ਚਲਤਾ ਤਰ ਨਾਚਤ ਕਵੀ ਜੀ ਕਹਿੰਦੇ ਘੇਰਿਆ ਹੋਇਆ ਵੀ ਨਾ ਇੰਨਾ ਫੁਰਤੀਲਾ ਜਿਵੇਂ ਨੱਚਦਾ ਹੋਵੇ, ਇੰਨਾ ਫੁਰਤੀਲਾ ਵਾ, ਇੰਨਾ ਫੁਰਤੀਲਾ ਕਿ ਜਿਵੇਂ ਸੰਗਤੀ ਅੱਗੇ ਨੱਚਦਾ ਪਿਆ ਹੋਵੇ ਜੀ। ਢਾਲ ਤੇ ਵਾਰ ਕੋ ਰੋਕ ਜੇ ਕੋਈ ਸਿੱਖ ਇਹਦੇ ਤੇ ਵਾਰ ਕਰਦਾ ਤੇ ਢਾਲ ਨਾਲ ਰੋਕ ਦਿੰਦਾ ਏ।
ਜੇ ਕਿਸੇ ਸਿੱਖ ਦਾ ਵਾਰ ਲਾਗੇ ਜਾਂਦਾ ਤੇ ਢਾਲ ਨਾਲ ਰੋਕ ਦਿੰਦਾ ਗਏ ਦੀ। ਤੇ ਮਾਰਤ ਆਪ ਬਸ ਬਚਾਏ ਭਾਈ ਸਾਹਿਬ ਜੀ ਦਾ ਪਿਆਰਾ ਬਚਨ ਕੇ ਆਪਣੀ ਤੇਗ ਨਾਲ ਸਿੱਖਾਂ ਨੂੰ ਮਾਰਦਾ ਪਿਆ ਤੇ ਆਪਣਾ ਬਚਾਅ ਕਰਦਾ ਗਏ ਦੀ। ਸੂਰ ਹੈਰਾਨ ਪਹਿਨਾ ਹੈ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੂਰਮੇ ਵੀ ਬੜੇ ਹੈਰਾਨ ਸਨ ਵੀ ਅੜਿਆ ਤੇ ਸਾਡੇ ਸਾਹਮਣੇ ਵੀ ਕੋਈ ਨਹੀਂ ਹਲੇ ਤੱਕ, ਤੇ ਇਹ ਅੜਦਾ ਪਿਆ ਵਾ। ਮਹਾਰਾਜ ਦੇ ਸੂਰਮੇ ਵੀ ਹੈਰਾਨ ਹੁੰਦੇ ਪਏ ਸਨ ਕਿਉਂ ਜੀ। ਪਿੰਕੇ ਮਥਰਾ ਰਿਸਕੈ ਭਾਈ ਮਥਰਾ ਸਾਹਿਬ ਨੇ ਆਖਿਆ ਵੀ ਗੱਲ ਫੇਰ ਮੈਨੂੰ ਹੀ ਬਣਾਉਣੀ ਪੈਣੀ ਹੈ। ਭਾਈ ਸਾਹਿਬ ਭਾਈ ਮਥਰਾ ਸਾਹਿਬ ਨੇ ਵੇਖਿਆ ਤੇ ਉਹਨਾਂ ਦਾ ਗਿਰਦਾ ਫੇਰ ਰੋਹ ਨਾਲ ਭਰ ਗਿਆ ਗਏ ਜੀ। ਤੇ ਉਤਰਿਓ ਤਤਕਾਲ ਭਾਈ ਸਾਹਿਬ ਭਾਈ ਮਥਰਾ ਦੀ ਫਿਰ ਘੋੜੇ ਤੋਂ ਥੱਲੇ ਉਤਰ ਆਏ। ਇਹਦਾ ਤੇ ਘੋੜਾ ਪਹਿਲਾਂ ਮਰਿਆ ਸੀ ਤੇ ਪਹਿਲਾਂ ਧਰਤੀ ਤੇ ਸੀ। ਭਾਈ ਮਥਰਾ ਸਾਹਿਬ ਦੇ ਥੱਲੇ ਉਤਰ ਆਏ ਹਨ ਜੀ। ਦਾਵਤ ਕਿਉ ਕਰਵਾਰ ਨ ਖਾਏ ਕਹਿੰਦੇ ਨੇ ਭਾਈ ਮਥਰਾ ਸਾਹਿਬ ਨੇ ਦਾ ਤੱਕ ਕੇ ਵਾਰ ਕੀਤੇ ਪਰ ਉਹ ਅਜੇ ਵਾਰ ਖਾਂਦਾ ਨਹੀਂ ਸੀ। ਭਾਈ ਮਥਰਾ ਜੀ ਨੇ ਦਾ ਪੇਚ ਵੇਖ ਕੇ ਵਾਰ ਕੀਤੇ ਪਰ ਅਜੇ ਵਾਰ ਖਾਂਦਾ ਨਹੀਂ ਪਿਆ ਤੇ ਜੀ। ਉਤਧਾਏ ਬਚਾਏ ਬਸ ਉਹ ਭੱਜ ਕੇ ਆਪਣਾ ਬਚਾਅ ਕਰਦਾ ਪਿਆ ਗੇ। ਬੈਰ ਮਖਾਨੇ ਤੋਂ ਉਧਰ ਜਾ ਕੇ ਬਚਾਅ ਕਰਦਾ ਪਿਆ ਗੇ ਜੀ। ਤਾਂ ਤਰ ਕੇ ਤਬ ਔਚਕ ਭਾਈ ਸਾਹਿਬ ਦਾ ਪਿਆਰਾ ਬਚਨ ਕੇ ਕਹਿੰਦੇ ਤੂਰਨ ਤਾਂ ਧਰ ਕੇ ਤਬ ਔਚਕ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖ ਭਾਈ ਮਥਰਾ ਜੀ ਨੇ ਅਚਾਨਕ ਬੜੀ ਕਾਹਲੀ ਦੇ ਨਾਲ ਇੱਕ ਵਾਰੀ ਦਾ ਵੇਖ ਕੇ ਜੀ ਜੋਰ ਕਰਿਓ ਹੱਥ ਵਾਰ ਜਹਾਂ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖ ਨੇ ਨਾ ਇਦਾਂ ਕੀਤਾ। ਉਹਨੇ ਸੋਚਿਆ ਵੀ ਤਲਵਾਰ ਦਾ ਵਾਰ ਤੇ ਨਹੀਂ ਚੱਲਣਾ ਇਹਦੇ ਤੇ। ਭਾਈ ਮਥਰਾ ਜੀ ਨੇ ਸੋਚਿਆ ਵੀ ਜਿੰਨਾ ਫੁਰਤੀਲਾ ਬੰਦਾ ਤਲਵਾਰ ਤੇ ਨੇ ਖਾਣੀ ਨਹੀਂ। ਬੜੀ ਫੁਰਤੀ ਨਾਲ ਇੱਕਦਮ ਸੂਰਮੇ ਨੇ ਆਪਣੀ ਤਲਵਾਰ ਸੁੱਟ ਦਿੱਤੀ ਥੱਲੇ। ਭਾਈ ਮਥਰਾ ਜੀ ਨੇ ਉਦੋਂ ਤਲਵਾਰ ਮਿਆਨ ਵਿੱਚ ਪਾਉਣ ਦਾ ਮੌਕਾ ਨਹੀਂ ਸੀ। ਕਿਰਪਾਨ ਥੱਲੇ ਸੁੱਟ ਦਿੱਤੀ ਤੇ ਭਾਈ ਮਥਰਾ ਜੀ ਨੇ ਐਨ ਆਪਣੀਆਂ ਬਾਹਾਂ ਖੁੱਲੀਆਂ ਕਰ ਲਈਆਂ ਹਨ ਦੀ। ਲੋਕ ਜਾਣ ਕੇ ਵਿੱਚ ਤੇ ਗਏ ਕਵੀ ਜੀ ਦਾ ਪਿਆਰਾ ਬਦਨੋਂ ਬਾਹਾਂ ਤਾਂ ਚੁੱਕ ਕੇ ਵਾਰ ਕਰਦਾ ਸੀ ਨਾ, ਇਹਦਾ ਵਾਰ ਰੋਕਦਾ ਸੀ। ਭਾਈ ਮਥਰਾ ਜੀ ਨੇ ਆਪਣੀ ਕਿਰਪਾਨ ਸੁੱਟ ਕੇ ਤੇ ਘੁੱਟ ਕੇ ਉਹਨੂੰ ਫੜ ਲਿਆ ਜੀ। ਇਹ ਬਹਾਦਰਤਾ ਨਹੀਂ ਤੇ ਹੋਰ ਕੀ ਹੈ। ਲੜਦੇ ਕੋਈ ਕਿਸੇ ਦੁਸ਼ਮਣ ਨੂੰ ਆਪਣੀਆਂ ਬਾਹਾਂ 'ਚ ਕਾਬੂ ਕਰ ਲੈਣਾ ਸੰਗਤ ਦੀ ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ। ਯਾਦ ਰੱਖੋ ਸਾਡੇ ਵਰਗੇ ਬੰਦਾ ਤੇ ਫਲ ਦੇ ਪਿੱਛੇ ਭੱਜ ਜਾਵੇ ਉਹ ਨਹੀਂ ਪੜਿਆ ਜਾਂਦਾ ਛੇਤੀ। ਡੰਗਰ ਪਸ਼ੂ ਦਾ ਫਲ ਹੋਵੇ। ਭਾਈ ਸਾਹਿਬ ਦਾ ਪਿਆਰਾ ਬਚਨ ਕਿ ਭਾਈ ਮਥਰਾ ਜੀ ਨੇ ਬੈਰ ਮਖਾਨ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਗਏ ਜੀ। ਜਾਨ ਚਹਿਓ ਛੁਟਬੋ ਨਾ ਭਾਈ ਸਾਹਿਬ ਦੇ ਕਹਿੰਦੇ ਬੈਰ ਮਖਾਨ ਨੇ ਯਤਨ ਕੀਤਾ ਛੁੱਟ ਜਾਵਾਂ, ਪਰ ਯਾਦ ਰੱਖੋ ਬਾਜਾਂ ਦੇ ਪੰਜੇ ਵਿੱਚ ਆਈ ਹੋਈ ਪੂੰਝ ਕਦੇ ਛੁੱਟਦੀ ਨਹੀਂ ਹੁੰਦੀ। ਭਾਈ ਸਾਹਿਬ ਦੇ ਕੋਲੋਂ ਨੇ ਯਤਨ ਕੀਤਾ ਛੁੱਟਣ ਦਾ ਪਰ ਉਸ ਬੰਦੇ ਤੋਂ ਨਹੀਂ ਛੁੱਟਿਆ ਗਿਆ ਜੀ। ਨਿੱਕੇ ਬਲ ਕੋ ਕਰ ਭਾਈ ਸਾਹਿਬ ਜੀ ਨੇ ਆਪਣੀਆਂ ਬਾਹਾਂ ਦੇ ਬਲ ਨਾਲ, ਭਾਈ ਮਥਰਾ ਸਾਹਿਬ ਜੀ ਨੇ ਆਪਣੇ ਬਾਹਾਂ ਦੀ ਤਾਕਤ ਨਾਲ ਜੀ ਉਲਟਾਏ ਕੇ ਬੈਰ ਤੇ ਬੈਰ ਮਖਾਨ ਨੂੰ ਇਹਦਾ ਚੁੱਕ ਕੇ ਉਲਟਾ ਕੇ ਧਰਤੀ ਤੇ ਸੁੱਟ ਦਿੱਤਾ। ਭਾਈ ਸਾਹਿਬ ਭਾਈ ਮਥਰਾ ਜੀ ਨੇ ਉਲਟਾ ਕੇ ਬੈਰ ਮਖਾਨ ਨੂੰ ਧਰਤੀ ਤੇ ਸੁੱਟ ਦਿੱਤਾ ਗਏ ਜੀ। ਕਿਰਪਾਨ ਹਨੀ ਤਿਸ ਮਨ ਬੜੀ ਇਕਾਗਰਤਾ ਨਾਲ ਸਮਝਣਾ, ਜੰਗ ਬੜੀ ਬਰੀਕੀ ਨਾਲ ਕਵੀ ਜੀ ਨੇ ਲਿਖੇ। ਜਦੋਂ ਉਹਨੂੰ ਫੜਨਾ ਸੀ ਭਾਈ ਮਥਰਾ ਜੀ ਨੇ ਤੇ ਮਥਰਾ ਜੀ ਨੂੰ ਆਪਣੀ ਕਿਰਪਾਨ ਤੇ ਸੁੱਟਣੀ ਪੈ ਗਈ ਸੀ ਨਾ, ਸੁੱਟ ਦਿੱਤੀ ਸੀ। ਜਦੋਂ ਉਹਨੂੰ ਧਰਤੀ ਤੇ ਸੁੱਟ ਦਿੱਤਾ ਜੇ ਭਾਈ ਮਥਰਾ ਜੀ ਆਪਣੀ ਕਿਰਪਾਨ ਲੱਭਣ ਲੱਗ ਜਾਂਦੇ ਤੇ ਫਿਰ ਕਹਾਣੀ ਵਿਗੜ ਜਾਣੀ ਸੀ। ਭਾਈ ਮਥਰਾ ਜੀ ਨੇ ਫਿਰ ਉਹਦੀ ਕਿਰਪਾਨ ਹੀ ਖੋਲੀ। ਕਵੀ ਜੀ ਕਹਿੰਦੇ ਸ਼ੀਨ ਕਿਰਪਾਨ ਖਣੀ ਤਿਸ ਗਰੀਬ, ਕਹਿੰਦੇ ਨੇ ਉਹਦੀ ਕਿਰਪਾਨ ਖੋ ਕੇ ਨਾ ਭਾਈ ਸਾਹਿਬ ਭਾਈ ਮਥਰਾ ਜੀ ਨੇ ਉਹਦੀ ਕਿਰਪਾਨ ਦੇ ਨਾਲ ਹੀ ਉਹਦੀ ਧੌਣ ਤੇ ਵਾਰ ਕਰ ਦਿੱਤਾ। ਭਾਈ ਮਥਰਾ ਜੀ ਨੇ ਉਹਦੀ ਕਿਰਪਾਨ ਨਾਲ ਉਹਦੀ ਧੌਣ ਤੇ ਵਾਰ ਕਰ ਦਿੱਤਾ ਗਏ ਜੀ। ਉਹ ਧਰਤੀ ਸਿਰ ਦੂਰ ਧਰਤੀ ਤੇ ਡਿੱਗਾ ਪਿਆ ਸੀ ਬੈਰ ਮਖਾਨ। ਭਾਈ ਜੀ ਨੇ ਵਾਰ ਕਰਕੇ ਪਹਿਲਾਂ ਨੂੰ ਵੱਢਿਆ ਦੀ, ਸਿਰ ਇੱਧਰ ਕਰਤਾ ਧੜ ਇੱਧਰ ਕਰਤਾ, ਮੁੜ ਕੇ ਫੜ ਕੇ ਨਾ ਵਾਲਾਂ ਤੋਂ ਚਲਾ ਕੇ ਦੁਸ਼ਮਣ ਦੀਆਂ ਫੌਜਾਂ ਵੱਲ ਮਾਰਿਆ। ਤੁਹਾਡਾ ਪਿਆ ਜੇ ਵੱਡਾ ਸੂਰਮਾ। ਭਾਈ ਮਥਰਾ ਸਾਹਿਬ ਜੀ ਨੇ ਫੜ ਕੇ ਵਾਲਾਂ ਤੋਂ ਚਲਾ ਕੇ ਉਧਰ ਨੂੰ ਸੁੱਟ ਦਿੱਤਾ ਗਏ ਜੀ। ਤੇ ਹੀ ਮਥਰਾ ਬਲ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪਿੱਛੇ ਖਲੋਤੇ ਵੇਖਦੇ ਪਏ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਮਥਰਾ ਜੀ ਦਾ ਬਲ ਵੇਖਿਆ। ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਮਥਰਾ ਜੀ ਦੀ ਤਾਕਤ ਵੇਖੀ ਗਏ ਜੀ। ਉਹ ਦਲ ਧੀਰਗ ਹੀ ਹਰ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਵੇਖਿਆ ਤੇ ਮਹਾਰਾਜ ਬੜੇ ਖੁਸ਼ ਹੋਏ। ਕਹਿੰਦੇ ਸ਼ਾਬਾਸ਼ ਆ ਸੂਰਮਗਤੀ ਆ। ਮਹਾਰਾਜ ਸੱਚੇ ਪਾਤਸ਼ਾਹ ਬਹੁਤੇ ਖੁਸ਼ ਹੋ ਗਏ ਗਨ। ਕੀ ਸੈਨ ਰਿਸ਼ੀ ਜਦੋਂ ਦੁਸ਼ਮਣ ਦਾ ਸਰਦਾਰ ਵੱਢਿਆ ਗਿਆ ਤੇ ਭਾਈ ਮਥਰਾ ਜੀ ਨੇ ਵਾਲਾਂ ਤੋਂ ਫੜ ਕੇ ਸਿਰ ਵੀ ਉਧਰ ਸੁੱਟ ਦਿੱਤਾ। ਫੌਜ ਦੇ ਪੱਲੇ ਕੀ ਰਹਿੰਦਾ ਵਾ? ਕੋਈ ਬੰਦਾ ਜਰਨਲ ਹੀ ਮਾਰਦਾ, ਸਾਡਾ ਸੈਨਾਪਤੀ ਮਾਰ ਦਿੱਤਾ ਵਾ, ਕੱਖ ਨਹੀਂ ਰਹਿੰਦਾ।
ਕਵੀ ਜੀ ਦਾ ਪਿਆਰਾ ਬਚਨ ਕਿ ਉਸ ਟੁਕੜੀ ਨੂੰ ਬਹੁਤਾ ਗੁੱਸਾ ਆ ਗਿਆ ਗਏ ਤੋ ਦੀ, ਸਿਰਦਾਰ ਧਰਾ ਕਿਉਂਕਿ ਉਤਲਾਇਓ। ਉਹਨਾਂ ਦੇ ਸਰਦਾਰ ਨੂੰ ਭਾਈ ਮਥੁਰਾ ਸਾਹਿਬ ਨੇ ਜੱਫੇ 'ਚ ਲੈ ਕੇ ਉਲਟਾ ਕੇ ਸੁੱਟ ਕੇ ਉਹਦੀ ਕਿਰਪਾਨ ਨਾਲ ਹੀ ਮਾਰਿਆ ਸੀ। ਇਸ ਕਰਕੇ ਉਹਨਾਂ ਦੇ ਗੁਣ ਇਦਾਂ ਕਹਿ ਲਓ ਇੱਜ਼ਤ ਦਾ ਤੇ ਲੱਗ ਚੁੱਕੇ ਗਏ ਦੀ। ਆਨ ਪਰੇ ਮਥਰਾ ਸਿਰ। ਅਖੀਰ ਦੇ ਕਵੀ ਜੀ ਕਹਿੰਦੇ ਉਹ ਸਾਰੇ ਇਕੱਠੇ ਹੋ ਕੇ ਨਾ ਫਿਰ ਭਾਈ ਮਥਰੇ ਦੇ ਗੱਲ ਪੈ ਗਏ ਆ ਕੇ। ਬਹੁਤੇ ਜ਼ਿਆਦਾ ਸਿਪਾਹੀ, ਕੋਈ ਮੰਨ ਲਓ 100 ਦੇ ਲਾਗੇ ਬੰਨੇ ਬੰਦਾ ਹੋਏਗਾ, ਸਾਰੇ ਇਕੱਠੇ ਹੋ ਕੇ ਭਾਈ ਮਥੁਰਾ ਸਾਹਿਬ ਜੀ ਨੂੰ ਪੈ ਗਏ ਗੰਨ ਦੀ। ਉੱਪਰ ਤੋਂ ਮਰ ਤੀਰ ਕਿਸੇ ਦੇ ਹੱਥ ਵਿੱਚ ਬਰਸ਼ਾ ਗਏ, ਕਿਸੇ ਦੇ ਤੀਰ ਗਏ, ਕੋਈ ਤਲਵਾਰ ਗਏ। ਜਿੱਦਾਂ ਕਿਸੇ ਦਾ ਦਾ ਲੱਗਦਾ ਕਿ ਭਾਈ ਮਥੁਰਾ ਜੀ ਤੇ ਵਾਰ ਕਰੀ ਜਾ ਰਹੇ ਗਨ। ਘੇਰ ਲਿਓ ਬੜ ਵੀਰ ਭਾਈ ਬਹਾਦਰ। ਮਥੁਰਾ ਸਾਹਿਬ ਦੀ ਬੜੇ ਬਹਾਦਰ ਯੋਧੇ ਸਨ ਤੇ ਉਹਨਾਂ ਨੂੰ ਘੇਰਾ ਪੈ ਗਿਆ। ਭਾਈ ਮਥੁਰਾ ਸਾਹਿਬ ਦੁਸ਼ਮਣ ਦੀ ਫੌਜ ਦੇ ਘੇਰੇ ਵਿੱਚ ਆ ਗਏ ਗਨ। ਰਾਤ ਕੋ ਚੰਦ ਜਥਾ ਕਵੀ ਜੀ ਕਹਿੰਦੇ ਰਾਤ ਦੇ ਸਮੇਂ ਜਿਵੇਂ ਚੰਦਰਮਾ ਦੁਆਲੇ ਪਰਿਵਾਰ ਪਿਆ ਹੁੰਦਾ ਹੈ ਨਾ, ਦਲ ਦਲੇ ਬੱਦਲ, ਇਸੇ ਢੰਗ ਦੇ ਨਾਲ ਭਾਈ ਮਥਰੇ ਦੇ ਦਿਵਾਲੇ ਦਿਵਾਲੇ ਦੁਸ਼ਮਣ ਇਕੱਠੇ ਹੋ ਗਏ ਗਨ। ਪੁਰਜੇ ਪੁਰਜੇ ਘਿਰ ਘਾਤਾ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੱਡਾ ਸੈਨਾਪਤੀ ਭਾਈ ਮਥਰਾ ਉਹ ਵੀ ਹੁਣ ਟੁਕੜੇ ਟੁਕੜੇ ਹੋ ਕੇ ਧਰਤੀ ਤੇ ਡਿੱਗ ਪਿਆ। ਉਹਨੇ ਛੱਡਿਆ ਤੇ ਨਹੀਂ, ਬੈਰਮ ਖਾਨ ਨੂੰ ਤੇ ਉਲਟਾ ਕੇ ਸੁੱਟ ਦਿੱਤਾ। ਦੁਨੀਆ ਦੇ ਲੋਕਾਂ ਨੂੰ ਦੱਸ ਦਿੱਤਾ ਵੀ ਜਦੋਂ ਹਾਣ ਦੇ ਯੋਧੇ ਨਾਲ ਪੇਚਾ ਪਵੇ ਫਿਰ ਪਤਾ ਲੱਗਦਾ ਮੁਕਾਬਲਾ ਕੀ ਹੁੰਦਾ ਹੈ। ਬੈਰਮ ਖਾਨ ਨੂੰ ਤੇ ਸਿਖਾ ਦਿੱਤੀ ਜੰਗ ਉਹਨਾਂ ਨੇ। ਕਵੀ ਜੀ ਦਾ ਪਿਆਰਾ ਬਚਨ ਕੇ ਅਖੀਰ ਭਾਈ ਮਥੁਰਾ ਟੁਕੜੇ ਟੁਕੜੇ ਹੋ ਕੇ ਧਰਤੀ ਤੇ ਡਿੱਗ ਪਿਆ ਗਏ ਆਪ ਜੀ। ਮਰਿਓ ਬਹੁ ਸਤਰਨ ਮਾਰੇ। ਸਤਿਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਆਪ ਵੀ ਸ਼ਹੀਦ ਹੋ ਗਿਆ ਤੇ ਬਹੁਤੇ ਦੁਸ਼ਮਣ ਵੀ ਮਾਰ ਦਿੱਤੇ ਗਨ। ਦੇਖ ਗੁਰੂ ਬਿਕਸੇ ਪੁਰਸਾਰ। ਭਾਈ ਸਾਹਿਬ ਜੀ ਕਹਿੰਦੇ ਪੁਰਸ਼ਾਰਥ ਦਾ ਅਰਥ ਹੈ ਕਿ ਬਲ। ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਬਲ ਵੇਖਿਆ ਨਾ ਭਾਈ ਮਥੁਰਾ ਜੀ ਦਾ, ਭਾਈ ਮਥੁਰਾ ਜੀ ਦੇ ਬਲ ਨੂੰ ਵੇਖ ਕੇ ਸਾਹਿਬ ਜੀ ਖੁਸ਼ ਹੋ ਗਏ ਗਨ। ਧੰਨ ਸਭੇ ਸਿੱਖ ਤਾਏ ਉਜਾਰੇ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਖਿਆ ਧੰਨ ਸਿੱਖੀ, ਤੇ ਸਿੱਖਾਂ ਨੇ ਵੀ ਆਖਿਆ ਵੀ ਭਾਈ ਮਥੁਰਾ ਧੰਨ। ਇਹ ਦੋਵਾਂ ਪਾਸਿਆਂ ਦੇ ਸੂਰਮਾ ਨਿਕਲਿਆ ਸੀ। ਜੇ ਬੰਦਗੀ ਕਰਨ ਲੱਗਾ ਤੇ ਇੰਨੀ ਬੰਦਗੀ ਕੀਤੀ ਰੱਬ ਵਿੱਚ ਭੇਦ ਹੋ ਕੇ ਰੱਬ ਦੀ ਬਾਣੀ ਉਚਾਰ ਦਿੱਤੀ ਹੈ। ਤੇ ਗੁਰੂ ਅਰਜਨ ਸਾਹਿਬ ਨੇ ਉਹਦੀ ਬਾਣੀ ਗੁਰੂ ਗ੍ਰੰਥ ਸਾਹਿਬ ਲਿਖੀ। ਜੇ ਬੰਦਗੀ ਕੀਤੀ ਤੇ ਸਿਖਰ ਕਰਾ ਦਿੱਤਾ। ਇਸ ਤੋਂ ਬਾਅਦ ਕੋਈ ਬੰਦਗੀ ਕੀ ਕਰੇਗਾ ਵੀ ਬਾਣੀ ਉਚਾਰਨ ਕਰਦਾ। ਤੇ ਜੇ ਸ਼ਸਤਰ ਦਾ ਜ਼ੋਰ ਕੀਤਾ, ਜੰਗ ਮੈਦਾਨ ਵਿੱਚ ਜਾ ਕੇ ਕੀਤਾ ਤੇ ਬੈਰਮ ਖਾਨ ਵਰਗਿਆਂ ਨੂੰ ਸਿਰ ਤੋਂ ਉਲਟਾ ਕੇ ਸੁੱਟਿਆ। ਉਹਨਾਂ ਦੀਆਂ ਕਿਰਪਾਨਾਂ ਨਾਲ ਉਹਨਾਂ ਦੇ ਸਿਰ ਵੱਢੇ ਤੇ ਸਿਰ ਉਹਨਾਂ ਦੀਆਂ ਫੌਜਾਂ ਵਾਲੀ ਸੁੱਟ ਦਿੱਤੇ। ਇਹ ਵੀ ਬਹਾਦਰਤਾ ਮਹਾਰਾਜ ਨੇ ਧੰਨ ਸਿੱਖੀ ਆ ਕੇ ਭਾਈ ਮਥੁਰਾ ਸਾਹਿਬ ਜੀ ਨੂੰ ਬੜੇ ਪਿਆਰ ਦੇ ਨਾਲ ਦੁਨੀਆ ਤੋਂ ਅਲਵਿਦਾ ਕੀਤਾ। ਫਿਰ ਇਸ ਤੋਂ ਅੱਗੇ ਕੀ ਹੋਇਆ ਮਹਾਰਾਜ ਦੀ ਕਿਰਪਾ ਕਰਨ ਅਸੀਂ ਕੱਲ੍ਹ ਦੇ ਦੀਵਾਨ ਵਿੱਚ ਵਿਚਾਰਾਂਗੇ। ਅੱਜ ਤੁਸੀਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਬੁਲਾਵਾ ਕੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।